ਹੈਲੋ ਲਰਨਰਸ, ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਕੰਗ੍ਰੈਚੁਲੇਸ਼ਨਸ। ਰੱਬ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਅਤੇ ਬਹੁਤ ਖੁਸ਼ੀ ਹੋਈ ਤੁਹਾਡੇ ਸਾਰੇ ਬੱਚਿਆਂ ਦਾ ਪੇਪਰ ਕਲੀਅਰ ਹੋ ਚੁੱਕਿਆ ਹੈ। ਬਾਕੀ ਤੁਹਾਨੂੰ ਪਤਾ ਹੀ ਹੈ, ਇਨ ਕੇਸ ਕਿਸੇ ਦਾ ਵੀ ਇੱਕ ਅੱਧਾ ਨੰਬਰ ਕਰਕੇ ਰਹਿੰਦਾ ਹੈ ਤਾਂ ਉਹ ਕਲਾਸਿਸ ਸਰ ਨੇ ਲਗਾ ਕੇ ਤੁਹਾਨੂੰ ਮੈਂਸ਼ਨ ਕਰ ਹੀ ਦਿੱਤਾ ਗ੍ਰੇਸ ਮਾਰਕਿੰਗ, ਜਿਵੇਂ ਵੀ ਕੁਐਸਚਨਸ ਦੇ ਅਕੋਰਡਿੰਗ ਮਿਲੇਗੀ ਉਹਦੇ ਅਕੋਰਡਿੰਗ, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਪੈਸ਼ਲੀ ਥੈਂਕਸ ਕਰਨਾ ਚਾਹ ਰਹੀ ਹਾਂ, ਕਿਉਂਕਿ ਕਾਫੀ ਸਾਰੇ ਸਟੂਡੈਂਟਸ ਇਹ ਕਹਿ ਰਹੇ ਸੀ ਕਿ ਮੈਮ ਤੁਹਾਨੂੰ ਅਸੀਂ ਤੁਹਾਡੇ ਬਰਥਡੇ ਦਾ ਗਿਫਟ ਦੇ ਦਿੱਤਾ। ਡੈਫੀਨੇਟਲੀ ਮੈਂ ਤੁਹਾਡੇ ਤੋਂ ਇਹੀ ਮੰਗਿਆ ਸੀ ਕਿ ਤੁਸੀਂ ਆਪਣਾ ਪੇਪਰ ਕਲੀਅਰ ਕਰਕੇ ਆਉਣਾ, ਸੋ ਤੁਸੀਂ ਉਹ ਕੰਮ ਕਰ ਦਿੱਤਾ। ਸੋ ਕੰਗ੍ਰੈਚੁਲੇਸ਼ਨਸ ਟੂ ਯੂ ਐਂਡ ਯੂਰ ਫੈਮਿਲੀ। ਹੋਪਫੁਲੀ ਤੁਸੀਂ ਹੁਣ ਆਪਣੇ ਫਸਟ ਪੜਾਅ ਤੋਂ ਕਲੀਅਰ ਹੋ ਕੇ ਨੈਕਸਟ ਪੜਾਅ 'ਤੇ ਜਾਓਗੇ, ਮਤਲਬ ਆਪਣੇ ਕੈਡਰ ਵਾਲੇ ਐਗਜ਼ਾਮ 'ਤੇ ਪਹੁੰਚੋਗੇ। ਸੋ ਬੇਸਿਕਲੀ ਅੱਜ ਦਾ ਸੈਸ਼ਨ ਲਗਾਉਣ ਦਾ ਮਤਲਬ ਇਹ ਹੈ ਕਿ ਮੈਂ ਐਕਚੁਅਲ ਦੇ ਵਿੱਚ ਉਹਨਾਂ ਸਟੂਡੈਂਟਸ ਨੂੰ, ਉਹਨਾਂ ਲੋਕਾਂ ਨੂੰ ਪ੍ਰੂਫ ਦਿਖਾਉਣਾ ਚਾਹ ਰਹੀ ਹਾਂ ਕਿ ਜੋ ਆਪਾਂ ਕਰਵਾਇਆ ਸੀ ਉਹਦੇ ਵਿੱਚੋਂ ਐਗਜ਼ੈਕਟਲੀ ਕਿੰਨਾ ਕਿੰਨਾ ਕੰਮ ਆਪਣਾ ਪੋਰਸ਼ਨ ਬਣਿਆ। ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ETT ਦੀ, PSTET ETT 1 ਇੰਗਲਿਸ਼ ਪ੍ਰੂਫ ਜਿਹੜਾ ਪੇਪਰ ਤੁਹਾਡਾ ਹੋਇਆ ਸੀ 15 ਤਰੀਕ ਨੂੰ, ਇਹਦੇ ਵਿੱਚ ਵੀ ਬੇਟਾ ਜੀ ਇੱਕ ਗੱਲ ਥੋੜ੍ਹਾ ਧਿਆਨ ਨਾਲ ਦੇਖਿਆ ਜੇ। ਪ੍ਰੂਫ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਇੱਕ ਦੱਸ ਸਕੇ ਕਿ ਆਪਣੇ ਕਿਰਾਏ ਵਿੱਚੋਂ ਹਰ ਇੱਕ ਚੀਜ਼ ਆਈ ਹੈ, ਪੜ੍ਹਾਈ ਵਿੱਚੋਂ ਹਰ ਇੱਕ ਚੀਜ਼ ਆਈ ਹੈ, ਕੋਈ ਵੀ ਐਵੇਂ ਦਾ ਕੁਐਸਚਨ ਨਹੀਂ ਹੈਗਾ। ਇਨ ਕੇਸ ਕੁਛ ਜੇਕਰ ਆਪਾਂ ETT ਦੀ ਗੱਲ ਕਰੀਏ ਰਾਜੇ, ETT ਦੇ ਆਪਣੇ 14 ਜਿਹੜੇ ਕੁਐਸਚਨਸ ਨੇ, 14 ਕੁਐਸਚਨਸ ਡਾਇਰੈਕਟ ਆਏ ਨੇ, ਠੀਕ ਹੈ। ਉਹਨਾਂ 'ਚ ਸਿਰਫ ਇੱਕ ਕੁਐਸਚਨ ਹੈ ਜਿਹੜਾ ਇਨਡਾਇਰੈਕਟ ਆਇਆ, ਇਨਡਾਇਰੈਕਟ, ਠੀਕ ਹੈ। ਬਾਕੀ B.Ed ਦਾ ਮੈਂ ਬਾਅਦ 'ਚ ਦੱਸਦੀ ਹਾਂ, B.Ed ਦਾ ਵਾਲਾ ਬਿਲਕੁਲ ਬਾਅਦ ਦੇ ਵਿੱਚ ਪੋਰਸ਼ਨ ਆਏਗਾ। ਜੇਕਰ ਮੈਂ ETT ਦੇ ਬਿਹਾਫ 'ਤੇ ਗੱਲ ਕਰਦੀ ਹਾਂ, ETT 14 ਕੁਐਸਚਨ ਡਾਇਰੈਕਟ ਆਏ ਨੇ ਆਪਣੇ ਪੜ੍ਹਾਈ ਦੇ ਵਿੱਚੋਂ। ਹੁਣ ਆਪਣੇ ਪੜ੍ਹਾਈ ਦੇ ਵਿੱਚ ਤੁਹਾਨੂੰ ਵੀ ਪਤਾ, ਆਪਾਂ ਘੱਟ ਤੋਂ ਘੱਟ ਵੀ ਡਿਕੋਡ ਪੈਡਾਗੋਜੀ ਦੀ ਗੱਲ ਕਰੀਏ, ਡਿਕੋਡ ਪੈਡਾਗੋਜੀ ਆਪਣਾ ਇੱਕ ਸੈਸ਼ਨ ਸੀ ਜਿਹੜਾ ਆਪਣਾ ਈਵਨਿੰਗ ਬੇਸਿਕਲੀ ਲੱਗਦਾ ਸੀ, ਜਿਹਦੇ ਵਿੱਚ ਆਪਾਂ ਆਈ ਥਿੰਕ 127 ਪਲੱਸ ਕਲਾਸਿਸ ਲਗਾਈਆਂ ਨੇ ਹੁਣ ਤੱਕ। ਆਫਟਰ ਦੈਟ ਜੇਕਰ ਇਹਦੀ ਗੱਲ ਕਰੀਏ, ਗ੍ਰਾਮਰ ਬੇਸ ਲੱਗ ਤੋਂ ਲੱਗੀਆਂ ਨੇ, ਨੋ ਡਾਊਟ ਇੱਕ ਕੁਐਸਚਨ ਉਹਦੇ ਤੋਂ ਨਹੀਂ ਬਣਿਆ ਜੇਕਰ ਆਪਾਂ ਗੱਲ ਕਰੀਏ ਲਿਟਰੇਰੀ ਟਰਮਸ, ਕਿਉਂਕਿ ਪੋਇਮ ਨਹੀਂ ਆਈ। ਮੈਂ ਤੁਹਾਨੂੰ ਕਿਹਾ ਜਦੋਂ ਪੋਇਮ ਆਏਗੀ, ਪੋਇਮ ਦੇ ਨਾਲ ਤਾਂ ਉਹ ਡੈਫੀਨੇਟਲੀ ਬਣਦਾ ਹੈ, ਠੀਕ ਹੈ। ਪੋਇਮ ਦੇ ਰਿਗਾਰਡਿੰਗ ਇੱਕ ਅੱਧਾ ਟੋਨ ਰਿਦਮ ਤੇ ਕੁਐਸਚਨ ਬਣਿਆ ਸੀ, ਉਹ ਆਪਾਂ ਸਾਰੇ ਤੁਹਾਨੂੰ ਪ੍ਰੂਫ ਦਿਖਾਉਂਦੇ ਹਾਂ। ਡਿਕੋਡ ਪੈਡਾਗੋਜੀ ਦੇ 127 ਪਲੱਸ ਸੈਸ਼ਨ ਲਗਾਏ, ਫਿਰ ਆਪਾਂ ਰਿਵੀਜ਼ਨ ਕਲਾਸਿਸ ਲਗਾਈਆਂ, ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਪਤਾ ਹੈ, ਰਿਵੀਜ਼ਨ ਕਲਾਸਿਸ ਲਗਾਈਆਂ। ਫਿਰ ਆਪਾਂ ਹੋਲੀ ਸਪੈਸ਼ਲ ਸੈਸ਼ਨ ਲਗਾਏ ਸੀ, ਹੈ ਨਾ। ਅਪਾਰਟ ਫਰੋਮ ਦਿਸ ਜੇਕਰ ਆਪਾਂ ਗੱਲ ਕਰੀਏ, ਹੋਲੀ ਤੋਂ ਇਲਾਵਾ ਵੀ 3 ਤੋਂ 4 ਆਪਾਂ ਮਿਨੀ ਮੈਰਾਥਨ ਕੰਡਕਟ ਕਰਵਾ ਦਿੱਤੀ। CTET ਤੋਂ ਪਹਿਲਾਂ ਆਪਾਂ ਥਿਊਰੀ ਬੇਸ ਸੈਸ਼ਨ ਲਗਾਇਆ ਸੀ, ਆਪਣੇ PSTET ਤੋਂ ਵੀ ਪਹਿਲਾਂ ਥਿਊਰੀ ਬੇਸ ਸੈਸ਼ਨ ਲਗਾਇਆ, ਠੀਕ ਹੈ। ਮਤਲਬ ਲਾਸਟ 'ਤੇ ਆਪਾਂ ਘੱਟ ਤੋਂ ਘੱਟ 10 ਘੰਟੇ ਦੀ ਵੀ ਸੈਸ਼ਨ ਮੈਰਾਥਨ ਲਗਾਈ ਸੀ। ਕੁਝ ਕੁਐਸਚਨਸ ਐਵੇਂ ਨੇ ਜਿਹੜੇ ਕਰਵਾਏ ਸਿੱਧਾ ਡਾਇਰੈਕਟ ਆਏ ਨੇ, ਕੁਝ ਐਵੇਂ ਨੇ ਇਨਡਾਇਰੈਕਟ ਵੀ ਆਏ ਹੋਏ ਨੇ, ਠੀਕ ਹੈ। ਸੋ ਅੰਨਾ ਸਾਰੀ ਚੀਜ਼ਾਂ ਦਾ ਫਿਰ ਪੇਡ ਬੈਚ ਤਾਂ ਆਪਣਾ ਹੈਗਾ ਹੀ ਹੈਗਾ। ਪੇਡ ਬੈਚ ਨੂੰ ਮਿਲਾ ਕੇ ਜੇਕਰ ਗੱਲ ਕਰੀਏ, ਆਹ ਸਾਰੇ ਪੋਰਸ਼ਨ ਐਵੇਂ ਦਾ ਪੋਰਸ਼ਨ ਹੈ ਬੇਸਿਕਲੀ ਜਿਹਦੇ ਵਿੱਚ ਇੰਗਲਿਸ਼ ਦਾ ਕੰਮ ਆਇਆ ਹੈ। ਸੋ ਉਹੀ ਆਪਾਂ ਅੱਜ ਪ੍ਰੂਫ ਤੁਹਾਨੂੰ ਸਾਹਮਣੇ ਮੈਂਸ਼ਨ ਕਰਾਂਗੇ, ਤਾਂ ਕਿ ਕੱਲ੍ਹ ਨੂੰ ਤੁਸੀਂ ਇਸ ਪੜ੍ਹਦੇ ਵਿੱਚ ਨਾ ਰਹੋ ਕਿ ਮੈਮ ਉੱਪਰੋਂ ਹੀ ਕਹਿ ਰਹੇ ਸੀ ਕਿ ਮੈਮ ਸਾਡੇ ਕਿਰਾਏ ਹੋਏ ਵਿੱਚ ਆਇਆ, ਬਟ ਸਾਨੂੰ ਪ੍ਰੂਫ ਤਾਂ ਮਿਲਿਆ ਨਹੀਂ। ਉਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਆਪਾਂ ਇੱਕ ਪ੍ਰੂਫ ਦਿਖਾਉਂਦੇ ਹਾਂ, ਠੀਕ ਹੈ। ਸੋ ਹੋਪਫੁਲੀ ਤੁਹਾਡੇ ਸਾਰਿਆਂ ਦਾ ਹੀ ਬਹੁਤ ਵਧੀਆ ਇੰਗਲਿਸ਼ ਦੇ ਵਿੱਚੋਂ ਕਮਾਂਡ ਬਣੀ ਹੋਏਗੀ, ਬਟ ਜਿੰਨਾ ਪਿਆਰ ਤੁਸੀਂ ਇੰਗਲਿਸ਼ ਨੂੰ ਦਿੱਤਾ ਹੈ, ਜਿੰਨਾ ਪਿਆਰ ਤੁਸੀਂ ਆਸ਼ਵੀ ਮੈਮ ਨੂੰ ਦਿੱਤਾ ਹੈ, ਮੈਂ ਸੱਚੀ ਬਹੁਤ ਥੈਂਕਫੁਲ ਹਾਂ ਤੁਹਾਡੀ ਇਸ ਚੀਜ਼ ਦੇ ਲਈ। ਕਿਉਂਕਿ ਜਦੋਂ ਆਪਣਾ YouTube 'ਤੇ ਵੀ ਸੈਸ਼ਨ ਲੱਗਿਆ ਸੀ, ਜਿਹਦੇ ਵਿੱਚ ਆਪਾਂ ਬੇਸਿਕਲੀ ਜ਼ੂਮ ਮੀਟਿੰਗ ਕੀਤੀ ਸੀ, ਮੈਕਸੀਮਮ ਬੱਚਿਆਂ ਨੇ ਆਸ਼ਵੀ ਮੈਮ ਦਾ ਨਾਮ ਲਿਆ ਸੀ। ਇਹ ਰਾਜੇ ਸਿਰਫ ਇਹ ਨਹੀਂ ਹੈ ਕਿ ਮੈਨੂੰ ਸਿੰਪਲ ਖੁਸ਼ੀ ਹੈ, ਮੈਨੂੰ ਆਪਦੀ ਐਕਸਾਈਟਮੈਂਟ ਜਾਂ ਆਪਦੀ ਖੁਸ਼ੀ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਖੁਸ਼ੀ ਇਹ ਹੋ ਰਹੀ ਹੈ ਕਿ ਤੁਸੀਂ ਆਪਣਾ ਪੇਪਰ ਕਲੀਅਰ ਕਰਿਆ, ਅਤੇ ਮੈਂ ਇੱਕ ਜ਼ਰੀਆ ਬਣੀ ਹਾਂ ਕਿ ਤੁਹਾਡਾ ਪੇਪਰ ਕਲੀਅਰ ਹੋਇਆ, ਠੀਕ ਹੈ। ਸੋ ਥੈਂਕਸ ਟੂ ਯੂ। ਤੁਹਾਡੀ ਵੀ ਮਿਹਨਤ ਓਨੀ ਹੈ ਜਿੰਨੀ ਮੇਰੀ ਮਿਹਨਤ ਹੈ। ਪਤਾ ਕੀ ਹੁੰਦਾ, ਸਮ ਟਾਈਮ ਕੀ ਹੁੰਦਾ, ਇੱਕ ਟੀਚਰ ਮਿਹਨਤ ਕਰ ਰਿਹਾ ਹੁੰਦਾ, ਬੱਚਾ ਨਾ ਕਰੇ ਤਾਂ ਉਹ ਵੀ ਚੀਜ਼ ਯੂਟੀਲਾਈਜ਼ ਨਹੀਂ ਹੁੰਦੀ। ਸੋ ਸਭ ਤੋਂ ਪਹਿਲਾਂ ਕੁਐਸਚਨ ਨੰਬਰ 62 ਦੀ ਗੱਲ ਕਰਦੇ ਹਾਂ। ਬੇਟਾ ਜੀ ਆਹ ਸੈੱਟ ਤੁਸੀਂ ਦੇਖ ਲੈਣਾ, ਕੁਐਸਚਨ ਮੈਂ ਤੁਹਾਨੂੰ ਮੈਂਸ਼ਨ ਕਰ ਦਿੱਤਾ, ਜਿਹੜਾ ਮੇਰੇ ਕੋਲ ਆਈ ਥਿੰਕ B ਜਾਂ ਫਿਰ C ਸੈੱਟ ਆਇਆ ਸੀ, ਉਹਦੇ ਅਕੋਰਡਿੰਗ ਮੈਂ ਸੀਕੁਐਂਸ ਲਿਖੀ 62। ਸਾਈਨੋਨੀਅਮ ਐਮੀਨੈਂਟ ਦਾ ਐਵੇਂ ਦਾ ਹੁਣ ਦੇਖੋ, ਕੁਛ ਜਿਵੇਂ ਸਾਈਨੋਨੀਅਮ ਤੇ ਐਂਟੋਨੀਅਮ ਕੁਛ ਕਲਾਸਿਸ ਦੇ ਵਿੱਚ ਕਰਵਾਏ ਹੋਏ ਨੇ, ਬਾਕੀ ਰੈਸਟ ਆਫ ਕਲਾਸਿਸ ਨੂੰ ਜਿਹੜੇ ਆਪਾਂ ਬੁੱਕਸ ਦਿੱਤੀਆਂ ਹੋਈਆਂ ਉਹਨਾਂ ਵਿੱਚੋਂ ਮੈਂਸ਼ਨ ਕੀਤਾ ਹੋਇਆ। ਜੇਕਰ ਦੇਖੀਏ ਆਪਣਾ ਆ ਬੁੱਕ ਦਾ ਪ੍ਰੂਫ ਹੈ ਰਾਜੇ, ਸਾਈਨੋਨੀਅਮਸ ਵੋਕੈਬਲਰੀ ਫॉर ਪ੍ਰੈਕਟਿਸ, ਪੇਜ ਨੰਬਰ 198 ਆਪਾਂ ਤੁਹਾਨੂੰ ਮੈਂਸ਼ਨ ਕਰਿਆ। ਇਨ ਕੇਸ ਕਿਸੇ ਬੱਚੇ ਨੂੰ ਲੱਗਦਾ ਸਾਨੂੰ ਤਾਂ ਮਿਲਿਆ ਨਹੀਂ, ਤੁਸੀਂ ਜਾ ਕੇ ਦੇਖ ਸਕਦੇ ਹੋ, ਇਨਡਾਇਰੈਕਟ ਵੇ ਦੇ ਨਾਲ ਦਿੱਤਾ ਹੋਇਆ ਸੀ, ਠੀਕ ਹੈ ਜੀ। ਵਿਸ਼ਵਾਸ ਬੁੱਕ ਜਿਹੜੀ ਆਪਾਂ ਲਾਂਚ ਕਰਕੇ ਦਿੱਤੀ ਸੀ। ਹੁਣ ਉਹ ਤਾਂ ਬੇਟਾ ਜੀ ਹਰ ਇੱਕ ਗੱਲ ਤਾਂ ਪਤਾ ਕੀ ਹੁੰਦੀ, ਕਰਵਾਉਣ ਦੇ ਤਰੀਕੇ 'ਤੇ ਆ ਕਿ ਤੁਸੀਂ ਖੁਦ ਕਰਨਾ ਚਾਹੁੰਦੇ ਹੋ ਕਿ ਕਿਵੇਂ। ਕੱਲਾ ਇੱਕ ਜਗ੍ਹਾ ਤੇ ਪ੍ਰੂਫ ਨਹੀਂ ਹੈ, ਇਹਦਾ ਸੈਕਿੰਡ ਨੰਬਰ ਤੇ ਵੀ ਪ੍ਰੂਫ ਹੈ। ਐਮੀਨੈਂਟ ਦੀ ਗੱਲ ਆਪਾਂ ਦੂਸਰੇ ਇੱਕ ਹੋਰ ਪੇਜ ਤੇ 201 ਨੰਬਰ ਪੇਜ ਤੇ ਵੀ ਕੀਤੀ ਹੈ। ਇਹ ਵੀ ਸੇਮ ਇੰਗਲਿਸ਼ ਦੀ ਵਿਸ਼ਵਾਸ ਬੁੱਕ, ਮਤਲਬ ਡੈਫੀਨੇਟਲੀ ਵਿਸ਼ਵਾਸ ਦਾ ਨਾਮ ਵੀ ਇੱਥੇ ਅੱਜ ਤੁਸੀਂ ਦੇਖ ਪਾ ਰਹੇ ਹੋ ਕਿ ਵਿਸ਼ਵਾਸ ਦੇ ਨਾਲ ਤੁਹਾਨੂੰ ਇਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਕਿ ਇਹ ਪੇਪਰ ਵਿੱਚ ਬਣਿਆ ਸੀ ਕੁਐਸਚਨ, ਠੀਕ ਹੈ। 69 ਕੁਐਸਚਨ ਜਿਹੜਾ ਸੈਕਿੰਡ ਕੁਐਸਚਨ ਆਪਾਂ ਗੱਲ ਕਰ ਸਕਦੇ ਹਾਂ। 69 ਕੁਐਸਚਨ ਦੇ ਵਿੱਚ ਚਿਲਡਰਨ ਐਕਵਾਇਰ देयर फर्स्ट लैंग्वेज ਮੇਨਲੀ ਥਰੂ ਗ੍ਰਾਮਰ ਡਰਿਲਸ, ਐਕਸਪਲਿਸਿਟ ਕਰੈਕਸ਼ਨ, ਮੀਨਿੰਗਫੁਲ ਇੰਟਰੈਕਸ਼ਨ, ਟ੍ਰਾਂਸਲੇਸ਼ਨ। ਜੇਕਰ ਆਹ ਕੁਐਸਚਨ ਮੈਂ ਨਾ ਵੀ ਪ੍ਰੂਫ ਦਿਖਾਉਂਦੀ ਨਾ, ਤਾਂ ਤੁਸੀਂ ਤੁਹਾਡੇ ਸੁਪਨੇ 'ਚ ਵੀ ਕੁਐਸਚਨ ਬੋਲਣਾ ਸੀ ਮੈਮ ਤੁਸੀਂ ਇਹ ਕਰਵਾਇਆ, ਕਿਉਂਕਿ ਐਕੁਜ਼ੀਸ਼ਨ ਲਰਨਿੰਗ ਬਹੁਤ ਮਲਟੀਪਲ ਟਾਈਮਸ ਕਰਵਾਏ ਹੈ। ਆਪਨੇ ਜਿਹੜਾ ਆ ਸਪੈਸ਼ਲ ਤੁਸੀਂ ਸੈਸ਼ਨ ਦੇਖ ਸਕਦੇ ਹੋ ਆਪਣਾ, ਆਈ ਥਿੰਕ ਇਹ YouTube ਤੇ ਲੱਗਿਆ ਸੀ, ਹਾਂ
YouTube ਤੇ ਪੇਪਰ ਤੋਂ 1 ਤੋਂ 2 ਦਿਨ ਪਹਿਲਾਂ ਲੱਗਿਆ ਸੀ, ਜਿੰਦੇ ਵਿੱਚ ਆਪਾਂ ਥਿਊਰੀ ਪਲੱਸ MCQs ਕਰਿਆ ਸੀ। ਉਹ ਸੈਸ਼ਨ ਹੈ ਥਿਊਰੀ ਪਲੱਸ MCQ। ਹੁਣ ਥਿਊਰੀ ਪਲੱਸ MCQs ਦੇ ਵਿੱਚ ਦੇਖੋ ਲੈਂਗੁਏਜ ਐਕੁਜੀਸ਼ਨ ਦਾ ਇੰਨਾ ਵੱਡਾ ਚਾਰਟ ਆਪਾਂ ਡਿਸਪਲੇ ਕਰਿਆ, ਹਰ ਇੱਕ ਚੀਜ਼ ਸਮਝਾਈ ਸੀ। ਨੈਚੁਰਲ ਆ ਗਿਆ, ਨੈਚੁਰਲ ਵੇ ਦੇ ਨਾਲ ਮਦਰ ਟੰਗ ਦਾ ਯੂਜ਼ ਕਰਿਆ, ਆਟੋਮੈਟਿਕਲੀ ਕਰ ਰਿਹਾ, ਕਮਿਊਨੀਕੇਸ਼ਨ ਕਰ ਰਿਹਾ। ਆਈ ਥਿੰਕ ਉਹਦੇ ਬਿਹਾਵ ਤੇ ਇਹ ਸੀ ਬੱਚਾ ਮੀਨਿੰਗਫੁਲ ਇੰਟਰੈਕਸ਼ਨ ਕਰਦਾ ਹੈ, ਠੀਕ ਹੈ। ਕਮਿਊਨੀਕੇਸ਼ਨ ਤੇ ਅੰਡਰਸਟੈਂਡਿੰਗ ਆ ਸਿੱਧੀ ਸਿੱਧੀ ਲਾਈਨ ਪਈ ਹੈ ਤੁਹਾਡੇ ਸਾਹਮਣੇ, ਠੀਕ ਹੈ। ਆਫਟਰ ਦੈਟ ਲਰਨਿੰਗ ਵਾਲਾ ਚੋਰ ਕੁਐਸਚਨ ਨਹੀਂ ਆਇਆ, ਬਟ ਨੋ ਡਾਊਟ ਆਪਾਂ ਲਰਨਿੰਗ ਵੀ ਕਰਵਾਇਆ ਸੀ। ਹੋਪਫੁਲੀ ਸੈਕਿੰਡ ਕੁਐਸਚਨ ਦਾ ਵੀ ਤੁਹਾਨੂੰ ਪੁਆਇੰਟ ਕਲੀਅਰ ਹੋ ਗਿਆ ਹੋਏਗਾ। ਆ ਦੇਖੋ ਫਿਰ ਜੇਕਰ ਆਪਾਂ ਗੱਲ ਕਰਦੇ ਹਾਂ ਲੈਂਗੁਏਜ ਐਕੁਜੀਸ਼ਨ ਮਲਟੀਪਲ ਕੁਐਸਚਨਸ, ਮੈਂ ਸਿਰਫ ਤੁਹਾਡੇ ਸਾਹਮਣੇ ਹਾਰਡਲੀ ਕੋਈ 1 2 3 ਪ੍ਰੂਫ ਲੈ ਕੇ ਆਈ ਹਾਂ, 3 ਤੋਂ ਜ਼ਿਆਦਾ ਮੈਂ ਕਿਸੇ ਵੀ ਸਲਾਈਡ ਤੇ ਪ੍ਰੂਫ ਰੱਖਿਆ ਹੀ ਨਹੀਂ। ਬਟ ਤੁਹਾਨੂੰ ਵੀ ਪਤਾ ਹੈ ਆਪਾਂ 127 ਪਲੱਸ ਸੈਸ਼ਨ ਲਗਾਏ ਨੇ, ਠੀਕ ਹੈ। ਉਹਦੇ ਤੋਂ ਬਾਅਦ ਆਪਣੇ ਪੈਸੇਜ ਵਾਲੇ ਮਾਰਨਿੰਗ ਸੈਸ਼ਨ ਲਗਾਏ ਨੇ, ਅਲੱਗ ਤੋਂ ਸਪੈਸ਼ਲ ਸੈਸ਼ਨ ਲਗਾਏ ਨੇ, ਸੈਟਰਡੇ ਸਪੈਸ਼ਲ ਸੈਸ਼ਨ ਲਗਾਏ ਨੇ। ਮਲਟੀਪਲ ਸੈਸ਼ਨਸ ਦੇ ਵਿੱਚ ਆਪਾਂ ਕਿੰਨੇ ਹੀ ਕੁਐਸਚਨਸ ਕਰੇ ਹੋਣਗੇ। ਇੱਕ ਪੁਆਇੰਟ ਤੇ ਆ ਕੇ ਤਾਂ ਮੈਨੂੰ ਵੀ ਹੋ ਗਿਆ ਮੈਂ ਕਰਵਾਇਆ ਹੋਇਆ, ਕਿੱਧਰ ਦਾ ਕਰਵਾਇਆ ਹੋਇਆ, ਮੈਂ ਕਿੱਥੋਂ ਲੱਭਾਂ, ਠੀਕ ਹੈ। ਸੋ ਦੇਖੋ ਇਹਦੇ ਵਿੱਚ ਵੀ ਆਪਾਂ ਲੈਂਗੁਏਜ ਐਕੁਜੀਸ਼ਨ ਦੀ ਗੱਲ ਕਰੀ ਸੀ। ਇੱਥੇ ਮੇਨ ਕੁਐਸਚਨ ਤਾਂ ਪਤਾ ਕੀ ਸੀ, ਕੁਐਸਚਨ ਹੀ ਲਿਆਉਣ ਦਾ ਮਤਲਬ ਜਿਹਦੇ ਵਿੱਚ ਮੀਨਿੰਗਫੁਲ ਇੰਟਰੈਕਸ਼ਨ ਦੀ ਗੱਲ ਹੋਈ ਸੀ, ਠੀਕ ਹੈ। ਇੰਟਰੈਕਸ਼ਨ ਦੇ ਬਿਹਾਵ ਤੇ ਕੁਐਸਚਨ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਸੀ ਪੇਪਰ ਤੋਂ ਪਹਿਲਾਂ। ਆ ਦੇਖੋ ਇੱਕ ਹੋਰ ਪ੍ਰੂਫ ਹੈ, ਨੈਚੁਰਲੀ ਦੀ ਗੱਲ ਹੋਈ ਹੈ, ਐਕੁਜੀਸ਼ਨ ਦੀ ਗੱਲ ਹੋਈ ਹੈ, ਬੱਚਾ ਭਾਸ਼ਾ ਨੂੰ ਨੈਚੁਰਲ ਵੇ ਦੇ ਨਾਲ ਕਿਵੇਂ ਸਿੱਖਦਾ ਹੈ। ਮਤਲਬ ਸਿਰਫ ਥਿਊਰੀ ਦੇ ਵਿੱਚ ਨਹੀਂ ਕਰਾਇਆ, ਥਿਊਰੀ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ MCQs ਦੇ ਵਿੱਚ ਵੀ ਡਾਇਰੈਕਟ ਕਰਾਇਆ ਕੁਐਸਚਨ ਆਇਆ। ਨੈਕਸਟ ਆਪਣਾ ਕੁਐਸਚਨ ਨੰਬਰ 3 ਜੇਕਰ ਗੱਲ ਕਰੀਏ 70th ਕੁਐਸਚਨ, ਦ ਟੀਚਰ ਨੋਟਿਸ rapidly spelling errors in the students written work, the most appropriate remedial strategy। ਰੈਮੀਡੀਅਲ ਦੇ ਬਾਰੇ ਤੁਹਾਨੂੰ ਮੈਂ ਮਲਟੀਪਲ ਟਾਈਮ ਦੱਸਿਆ। ਸਮ ਟਾਈਮ ਤਾਂ ਮੈਨੂੰ ਇਹ ਹੋ ਗਿਆ ਜਿਹੜੀ ਮੈਂ ਚੀਜ਼ਾਂ ਬੋਲ ਕੇ ਦੱਸੀਆਂ ਨੇ ਲਿਖ ਕੇ ਨਹੀਂ ਦੱਸੀਆਂ, ਉਹ ਵੀ ਮੈਂ ਕਿਵੇਂ ਬੱਚਿਆਂ ਨੂੰ ਮੈਂਸ਼ਨ ਕਰਾਂ, ਹੈ ਨਾ। ਜਦੋਂ ਵੀ ਰੈਮੀਡੀਅਲ ਟੀਚਿੰਗ ਦੀ ਆਏ ਗੱਲ, ਆਪਾਂ ਨੂੰ ਪਤਾ ਕੀ ਲਗਾਉਣਾ ਹੁੰਦਾ, ਆਪਾਂ ਡਾਇਗਨੋਸ ਦੀ ਗੱਲ ਕਰਦੇ ਹਾਂ, ਠੀਕ ਹੈ। ਸੋ ਆ ਦੇਖੋ ਪੇਪਰ ਵਿੱਚ ਜਿਹੜੀ ਆਪਣਾ ਇੰਗਲਿਸ਼ ਬੁੱਕ ਪੇਜ ਨੰਬਰ 72 ਹੈ, ਉਹਦੇ ਵਿੱਚ ਵੀ ਇਹ ਕੁਐਸਚਨ ਡਾਇਰੈਕਟ ਮੈਂਸ਼ਨ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਬੱਚੇ ਨੇ ਪ੍ਰੈਕਟਿਸ ਸੈੱਟ ਲਗਾਏ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਰੈਮੀਡੀਅਲ ਟੀਚਿੰਗ ਦੀ ਗੱਲ ਕਰਦੇ ਸੀ ਉਹਦੇ ਵਿੱਚ ਆਪਾਂ ਇਹਦੀ ਗੱਲ ਕਰਦੇ ਸੀ। ਸਪੈਲਿੰਗ ਦੇ ਬਿਹਾਵ ਤੇ ਸੀ ਪੇਪਰ ਵਿੱਚ ਕੁਐਸਚਨ। ਆ ਦੇਖੋ ਪੇਪਰ ਵਿੱਚ ਕੁਐਸਚਨ ਉਹਨਾਂ ਨੇ ਸਪੈਲਿੰਗ ਐਰਰਸ ਦੀ ਗੱਲ ਕੀਤੀ ਸੀ। ਹੁਣ ਤੁਸੀਂ ਕਹੋ ਕਿ ਮੈਮ ਤੁਸੀਂ ਜੋ ਕਲਾਸ ਦੇ ਵਿੱਚ ਕੁਐਸਚਨ ਕਰਵਾਇਆ ਲਾਈਨ ਟੂ ਲਾਈਨ ਵਰਡ ਟੂ ਵਰਡ ਜਾਂ ਸੈਂਟੈਂਸ ਟੂ ਸੈਂਟੈਂਸ ਸੇਮ ਆਵੇ, ਉਹ ਰਾਜੇ ਕੁਝ ਵੀ ਚੀਜ਼ ਪੋਸੀਬਲ ਨਹੀਂ ਹੁੰਦੀ, ਤੁਹਾਨੂੰ ਵੀ ਪਤਾ ਹੈ। ਤੇ ਸ਼ੁਰੂ ਤੋਂ ਲੈ ਕੇ ਡੇ 1 ਤੋਂ ਲੈ ਕੇ ਮੈਂ ਤੁਹਾਨੂੰ ਹਮੇਸ਼ਾ ਕਿਹਾ ਕਿ ਕਨਸੈਪਟ ਕਲੈਰਿਟੀ ਤੇ ਮੋਰ ਫੋਕਸ ਕਰਿਆ ਕਰੋ ਰੈਦਰ ਦੈਨ ਕ੍ਰੈਮਿੰਗ, ਠੀਕ ਹੈ। ਇਹਦੇ ਨਾਲ ਕੀ ਹੁੰਦਾ, ਕਨਸੈਪਟ ਕਲੈਰਿਟੀ ਕੁਐਸਚਨ ਆ ਇੱਕ ਕੁਐਸਚਨ ਹੈ, ਇਹਦੇ ਆਲੇ ਦੁਆਲੇ ਜਿਵੇਂ ਮਰਜ਼ੀ ਮੋਲਡ ਕਰਕੇ ਅੱਜ ਤੁਸੀਂ ਕਰ ਦੋਗੇ। ਉਸੇ ਹੀ ਤਰ੍ਹਾਂ ਸਪੈਲਿੰਗ ਐਰਰ ਦੇ ਅਕੋਰਡਿੰਗ ਤੁਹਾਨੂੰ ਬੁੱਕ ਦੇ ਵਿੱਚ ਆਪਾਂ ਦੱਸ ਹੀ ਦਿੱਤਾ। ਵਿਸ਼ਵਾਸ ਬੁੱਕ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿੰਨੇ ਵਿਸ਼ਵਾਸ ਦੀ ਹੈ। ਸੋ 71 ਕੁਐਸਚਨ ਦੀ ਗੱਲ ਕਰਦੇ ਹਾਂ, ਵਾਈਲ ਲਿਸਨਿੰਗ ਟੂ ਅ ਕਨਵਰਸੇਸ਼ਨ। ਲਿਸਨਿੰਗ ਟੋਪਿਕ, ਰੀਡਿੰਗ, ਰਾਈਟਿੰਗ, ਮੈਂ ਤੁਹਾਨੂੰ ਕਿਹਾ ਸੀ 4 ਟੋਪਿਕ ਐਵੇਂ ਦੇ ਹੁੰਦੇ ਨੇ ਜਿਹਦੇ ਵਿੱਚ ਮੈਕਸਿਮਮ ਟਾਈਮ ਕੁਐਸਚਨਸ ਬਣਦੇ ਨੇ, ਠੀਕ ਹੈ। ਲਿਸਨਿੰਗ ਟੂ ਅ ਕਨਵਰਸੇਸ਼ਨ, ਅ ਲਰਨਰ ਗੈਸ ਦਾ ਮੀਨਿੰਗ ਯੂਜ਼ਿੰਗ ਦਾ ਸਿਚੁਏਸ਼ਨ ਐਂਡ ਟੋਨ ਤੁਸੀਂ ਆਈ ਥਿੰਕ ਤੁਹਾਨੂੰ ਪਤਾ ਹੋਏਗਾ ਜਦੋਂ ਮੈਂ ਤੁਹਾਨੂੰ ਐਟੀਟਿਊਡਲ ਟੋਨ ਦੀ ਗੱਲ ਕੀਤੀ ਸੀ ਕਿ ਜੇਕਰ ਸਾਹਮਣੇ ਵਾਲਾ ਪਰਸਨ, ਮੈਂ ਉਹਦੇ 'ਚ ਆਪਣੀ ਐਗਜ਼ਾਮਪਲ ਦਿੱਤੀ ਸੀ ਪੇਡ ਬੈਚ ਵਿੱਚ, ਮੈਨੂੰ ਯਾਦ ਹੈ ਮੈਂ ਕਿਹਾ ਸੀ ਜੇ ਤੁਹਾਨੂੰ ਪਤਾ ਹੁੰਦਾ ਨਾ ਜਿਸ ਦਿਨ ਮੈਂ ਗੁੱਸੇ 'ਚ ਆਈ ਹਾਂ ਤੁਹਾਨੂੰ ਦੂਰੋਂ ਹੀ ਪਤਾ ਚੱਲ ਜਾਂਦਾ ਅੱਜ ਮੈਡਮ ਗੁੱਸੇ ਨਾਲ ਬੋਲ ਰਹੇ ਨੇ, ਅੱਜ ਅਸੀਂ ਕਲਾਸ ਵਿੱਚ ਸ਼ਾਂਤ ਰਹਿਣਾ ਤੇ ਅੱਜ ਮੈਮ ਬੜੇ ਐਕਸਾਈਟਿਡ ਨੇ। ਮਤਲਬ ਤੁਸੀਂ ਸੁਣ ਕੇ ਕਿਸੇ ਦੀ ਗੱਲ ਨੂੰ ਪੁੱਛਦੇ ਹੋ। ਹੁਣ ਦੇਖੋ ਇਸ ਤਰ੍ਹਾਂ ਦੇ ਕੁਐਸਚਨਸ ਵੀ ਆਪਾਂ ਕਰਵਾਏ ਹੋਏ ਨੇ। ਇਹ ਮੈਂ ਤਾਂ ਟੂ ਬੀ ਓਨੈਸਟ ਦੱਸਾਂ, ਤੁਸੀਂ ਇੱਥੇ ਦੇਖ ਪਾ ਰਹੇ ਹੋ ਇੰਗਲਿਸ਼ YouTube ਫਾਈਨਲ ਰਿਵੀਜ਼ਨ ਸੈਸ਼ਨ ਲਿਖਿਆ, ਬਟ ਮੈਂ ਤਾਂ ਕੱਪੜਿਆਂ ਤੋਂ ਹੀ ਜੱਜ ਕਰ ਪਾ ਰਹੀ ਹਾਂ। ਮੈਂ ਆਹ ਕੱਪੜੇ ਤੇ ਆਹ ਯੂਨੀਫਾਰਮ ਪਾਈ ਹੋਈ ਸੀ ਤੇ ਇਹ ਮੇਰਾ ਪੇੜ ਵਿੱਚ ਲੱਗਿਆ ਕਿ ਕਿਵੇਂ ਲੱਗਿਆ। ਬਾਕੀ ਤਾਂ ਇੱਥੇ ਦੇਖ ਪਾ ਰਹੇ ਹੋ ਫਾਈਨਲ ਰਿਵੀਜ਼ਨ ਸੈਸ਼ਨ ਸੀ, ਠੀਕ ਹੈ। ਇਹਦੇ ਵਿੱਚ ਵੀ ਆਪਾਂ ਗੱਲ ਕਰੀ ਹੈ, ਦੇਖੋ ਇਹਦੇ ਵਿੱਚ ਤਿੰਨੋਂ ਹੀ ਤਰ੍ਹਾਂ ਦੀ ਲਿਸਨਿੰਗ ਸਬ ਸਕਿੱਲ ਦੀ ਗੱਲ ਕਰੀ ਸੀ। ਸਬ ਸਕਿੱਲ ਦੇ ਵਿੱਚ ਤਿੰਨੋਂ ਹੀ ਚੀਜ਼ਾਂ ਆ ਰਹੀਆਂ ਨੇ, ਆਈਡੈਂਟੀਫਾਈਂਗ ਇਨਫੋਰਮੇਸ਼ਨ, ਇਮੋਸ਼ਨਲ, ਐਟੀਟਿਊਡਲ ਟੋਨ। ਹੁਣ ਟੋਨ ਤੋਂ ਆਈ ਹੋਪ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਗੱਲ ਕਲੀਅਰ ਹੋ ਗਈ ਹੋਏਗੀ। ਟੋਨ ਦਾ ਮਤਲਬ ਇੱਥੇ ਕੀ ਸੀ, ਐਟੀਟਿਊਡਲ ਟੋਨ, ਕਿ ਤੁਹਾਡਾ ਬੋਲਣ ਦਾ ਵੇ ਹੈ ਨਾ, ਵੇ ਆਫ ਟੋਕਿੰਗ, ਕਿ ਐਕਚੁਅਲ ਦੇ ਵਿੱਚ ਜੇਕਰ ਮੈਂ ਅੱਜ ਸੈਡ ਆ ਤਾਂ ਤੁਹਾਨੂੰ ਮੇਰੇ ਬੋਲਣ ਦੇ ਤਰੀਕੇ ਤੋਂ ਪਤਾ ਚੱਲ ਜਾਏਗਾ ਬੰਦਾ ਦੁਖੀ ਹੈ। ਮਤਲਬ ਦੇਖੋ 14 ਕੁਐਸਚਨ ਸੀ ਇਹ ਵਾਲਾ ਕਰਵਾਇਆ ਹੋਇਆ। ਫਿਰ ਆਪਣਾ ਪੇਡ ਬੈਚ ਦਾ ਹੈ, ਠੀਕ ਹੈ, ਜਿਹਦੇ ਵਿੱਚ ਆਪਾਂ ਲੈਂਗੁਏਜ ਸਕਿੱਲ ਤੁਸੀਂ ਦੇਖ ਸਕਦੇ ਹੋ, ਲਿਸਨਿੰਗ ਟੌਪਿਕ ਪੇਜ ਨੰਬਰ ਜਾਂ ਸਲਾਈਡ ਨੰਬਰ 53 ਸਰਚ ਕਰਕੇ ਦੇਖ ਲੈਣਾ, ਉੱਥੋਂ ਕਲੀਅਰ ਹੋ ਜਾਏਗਾ। ਜਿਹਦੇ ਵਿੱਚ ਬੇਸਿਕਲੀ ਆਪਾਂ ਐਟੀਟਿਊਡਲ ਟੋਨ ਦੀ ਗੱਲ ਕੀਤੀ ਹੋਈ ਹੈ। ਇੱਥੇ ਆਪਾਂ ਇਹ ਵੀ ਕਿਹਾ ਸੀ ਸੇਮ ਸਟੇਟ ਲਾਈਨ ਪਿਚ ਦੇ ਵਿੱਚ ਕੁਝ ਵੀ ਚੀਜ਼ ਨਹੀਂ ਚੱਲਦੀ ਹੁੰਦੀ, ਐਟੀਟਿਊਡਲ ਟੋਨ ਬਹੁਤ ਮੈਟਰ ਕਰੀ, ਸਾਹਮਣੇ ਪਰਸਨ ਬੋਲਣਾ ਕੀ ਚਾਹ ਰਿਹਾ। ਇੱਕ ਹੋਰ ਆਈ ਥਿੰਕ ਇਹਦੇ ਨਾਲ ਪ੍ਰੂਫ ਹੈ ਆ ਰਿਹਾ, ਠੀਕ ਹੈ। ਸੋ ਦ ਡਿਫਰੈਂਟ ਪਾਰਟਸ ਆਫ ਇੰਟਰਸਪੈਕਟ ਵਿਦ ਦ ਸਟ੍ਰੈਸ, ਰਿਦਮ ਐਂਡ ਟੋਨ ਪੈਟਰਨਸ ਵਿਚ ਆਰ ਰਿਜ਼ਲਟ ਟੂ ਦ ਇਮੋਸ਼ਨਲ ਐਂਡ ਐਟੀਟਿਊਡਲ ਕੁਆਲਿਟੀ। ਟੋਨ ਮਤਲਬ ਕਿਸ ਵੇ ਦੇ ਨਾਲ ਬੋਲ ਰਹੇ ਹੋ। ਆਪਾਂ ਕਿਸੇ ਨੂੰ ਗੁੱਸੇ ਨਾਲ ਬੋਲਦੇ ਹਾਂ ਪਤਾ ਚੱਲਦਾ ਨਾ ਗੁੱਸੇ ਵਾਲਾ ਬੰਦਾ। ਸੋ ਆਲਰੇਡੀ ਕਲਾਸ ਦੇ ਵਿੱਚ ਕਰਵਾਈਆਂ ਹੋਈਆਂ ਚੀਜ਼ਾਂ ਨੇ। ਮਤਲਬ ਇਨ ਕੇਸ ਮੈਂ ਤੁਹਾਨੂੰ ਇਨ ਸ਼ੋਰਟ ਦੇ ਵਿੱਚ ਇੱਕ ਗੱਲ ਕਰਦੀ ਹਾਂ, ਜੋ ਵੀ ਕੰਮ ਜਿਹੜਾ ਤੁਹਾਡਾ ਪੇਪਰ ਆਇਆ ਉਹ ਸਾਰੇ ਕਰਵਾਏ ਵਿੱਚੋਂ ਆਇਆ। ਹੋਪਫੁਲੀ ਤੁਸੀਂ ਇਸ ਗੱਲ ਨਾਲ ਵੀ ਐਗਰੀ ਹੋਵੋਗੇ ਤੇ ਉਸੇ ਚੀਜ਼ ਦਾ ਆਪਾਂ ਪ੍ਰੂਫ ਦੇ ਰਹੇ ਹਾਂ। ਨੈਕਸਟ ਗੱਲ ਕਰੀਏ ਕੁਐਸਚਨ ਨੰਬਰ 72, ਸਾਊਂਡ ਕੰਟਰਾਸਟ ਹੈਲਪ ਲਰਨਰ ਮੇਨਲੀ ਇਨ ਇੰਪਰੂਵਿੰਗ। ਕਿੰਨਾ ਵਿੱਚ ਇੰਪਰੂਵ ਕਰਦੇ। ਨੋਰਮਲ ਵੀ ਮੈਂ ਤੁਹਾਡੇ ਤੋਂ ਪੁੱਛਣਾ, ਤੁਹਾਡੇ ਕੋਲ ਰਾਈਟ ਆਨਸਰ ਹੋਏਗਾ। ਜਿਹਦੇ 'ਚ ਆਪਾਂ ਕਿੰਦੀ ਗੱਲ ਕਰਦੇ ਹਾਂ,
ਸਾਊਂਡਸ ਦੀ, ਠੀਕ ਹੈ, ਪ੍ਰੋਨੰਸੀਏਸ਼ਨ ਐਂਡ ਲਿਸਨਿੰਗ ਸਕਿੱਲਸ ਦੀ। ਸਾਊਂਡ ਕੰਟਰਾਸਟ ਹੈਲਪ ਲਰਨਰ ਟੂ ਮੇਨਲੀ ਇੰਪਰੂਵਿੰਗ। ਆ ਦੇਖੋ ਆ ਕੁਐਸਚਨ ਦੇ ਵਿੱਚ ਆਪਾਂ ਗੱਲ ਕਰੀਏ ਆਈਡੈਂਟੀਫਾਈਂਗ ਔਰ ਡਿਕੋਡਿੰਗ ਸਾਊਂਡ, ਇਹ ਆਈ ਥਿੰਕ ਲੈਂਗੁਏਜ ਸਕਿੱਲ ਦਾ ਉਹੀ ਹੈ। ਲਿਸਨਿੰਗ ਜਿਹੜਾ ਆਪਾਂ ਹੁਣੇ ਇਸ ਤੋਂ ਪਹਿਲਾਂ ਟੌਪਿਕ ਪੜ੍ਹਿਆ ਉਹਦੇ ਤੋਂ ਉੱਪਰ ਵਾਲੀ ਸਲਾਈਡ ਸੀ, ਜਿਹਦੇ ਵਿੱਚ 4 ਸਬ ਸਕਿੱਲ ਦੀ ਗੱਲ ਕੀਤੀ ਸੀ, ਉਹ ਲਾਸਟ 4th ਸਬ ਸਕਿੱਲ ਸੀ ਤੇ ਫਸਟ ਸਬ ਸਕਿੱਲ ਹੈ, ਠੀਕ ਹੈ। ਇਹਦੇ 'ਚ ਵੀ ਦੇਖੋ ਸਾਊਂਡ ਦੀ ਗੱਲ ਕਰੀ ਸੀ, ਪੀ ਲਾਈਕ ਸਾਊਂਡ, ਬੀ ਲਾਈਕ ਸਾਊਂਡ, ਫਿਰ ਮੈਂ ਇਹਦੇ 'ਚ ਇੱਕ ਐਗਜ਼ਾਮਪਲ ਸੀ ਐਚ ਵਾਲੀ ਵੀ ਦਿੱਤੀ ਸੀ, ਇੱਕ ਸੀ ਤੋਂ ਕਾਰ ਹੁੰਦਾ, ਸੀ ਐਚ ਆ ਜੇ ਤਾਂ ਚੇਅਰ ਹੋ ਜਾਂਦਾ ਹੈ ਨਾ, ਚ ਦੀ ਸਾਊਂਡ ਹੋ ਜਾਂਦੀ ਹੈ ਤੇ ਇੱਕ ਕ ਦੀ ਸਾਊਂਡ ਹੈ। ਆ ਸਾਰੀਆਂ ਚੀਜ਼ਾਂ ਬੜੀ ਡੀਪਲੀ ਕਲਾਸ ਦੇ ਵਿੱਚ ਕਰਵਾਈਆਂ ਹੋਈਆਂ ਨੇ, ਹੁਣ ਮੈਂ ਇੰਨਾ ਡੀਪਲੀ ਡਿਸਕਸ ਨਹੀਂ ਕਰਾਂਗੀ। ਫਿਲਹਾਲ ਮਿਨੀਮਲ ਪੇਅਰਸ ਵੀ ਤੁਹਾਨੂੰ ਦੱਸੇ ਸੀ, ਕੈਪ, ਟੈਪ, ਸਨਡਨ, ਹੈ ਨਾ। ਸੋ ਨੈਕਸਟ ਆਪਾਂ 73 ਕੁਐਸਚਨ ਦੀ ਗੱਲ ਕਰਦੇ ਹਾਂ। ਸਕੀਮਿੰਗ, ਸਕੈਨਿੰਗ, ਐਕਸਟੈਂਸਿਵ, ਇੰਟੈਂਸਿਵ, ਸਾਰੀਆਂ ਚੀਜ਼ਾਂ ਆਪਾਂ ਮਲਟੀਪਲ ਟਾਈਮਸ ਕਰੀਆਂ ਨੇ, ਮੈਂ ਇਹ ਨਹੀਂ ਕਹਿ ਰਹੀ ਸਿਰਫ ਇੱਕ ਟਾਈਮ ਕਰੀਏ। ਪੇਡ ਬੈਚ ਦੇ ਵਿੱਚ, ਰਿਵੀਜ਼ਨ ਬੈਚ ਦੇ ਵਿੱਚ, YouTube ਸੈਸ਼ਨ ਦੇ ਵਿੱਚ। ਆ ਦੇਖੋ, ਸਟੂਡੈਂਟ ਵਾਂਟਸ ਟੂ ਕੁਇਕਲੀ ਅੰਡਰਸਟੈਂਡ ਦ ਮੇਨ ਆਈਡੀਆ ਆਫ ਦ ਨਿਊਜ਼ਪੇਪਰ ਆਰਟੀਕਲ। ਨਿਊਜ਼ਪੇਪਰ ਆਰਟੀਕਲ ਸਿੱਧਾ ਸਿੱਧਾ ਕੁਐਸਚਨ ਪਿਆ ਲਓ ਆਪਣੇ ਵਿਸ਼ਵਾਸ ਬੁੱਕ ਦੇ ਵਿੱਚ, ਰਵੀ ਰੀਡਸ ਐਨ ਆਰਟੀਕਲ ਫਰੋਮ ਅ ਨਿਊਜ਼ਪੇਪਰ। ਆ ਦੇਖੋ, ਹੁਣ ਕੋਈ ਹੈ ਕਿਸੇ ਨੂੰ ਜ਼ਰੂਰਤ ਕਿ ਮੈਮ ਪ੍ਰੂਫ ਦਿਓ? ਹੁਣ ਇੱਥੇ ਤੁਸੀਂ ਟੀਚਰ ਨੂੰ ਨਹੀਂ ਮਾੜਾ ਕਰ ਸਕਦੇ, ਟੀਚਰ ਨੇ ਦਿਨ ਰਾਤ ਕਰਕੇ ਤੁਹਾਡੇ ਲਈ ਐਫਰਟਸ ਲਗਾਏ ਨੇ, ਇਹ ਤੁਹਾਡੇ ਵਿਸ਼ਵਾਸ 'ਤੇ ਸੀ ਕਿ ਅਸੀਂ ਕਿੰਨਾ ਕੁ ਪੜ੍ਹਨਾ ਹੈ, ਠੀਕ ਹੈ। ਸੋ ਪ੍ਰੈਜ਼ੈਂਟ ਆਈਡੀਆ, ਓਵਰਆਲ ਆਈਡੀਆ ਸਾਰੀ ਗੱਲ ਕੀਤੀ ਹੋਈ ਹੈ, ਆਰਟੀਕਲ ਹੋਣਾ ਨਿਊਜ਼ਪੇਪਰ। ਪੇਜ ਨੰਬਰ 40 ਦੇਖ ਲਓ, ਵਿਸ਼ਵਾਸ ਬੁੱਕ ਦੇ ਵਿੱਚ ਲਿਖਿਆ ਹੋਇਆ। ਫਿਰ ਆਪਾਂ ਗੱਲ ਕਰਦੇ ਹਾਂ ਜੇਕਰ ਰਵਿਸ਼ ਇਜ਼ ਰੀਡਿੰਗ ਐਨ ਇੰਟਰਸਟਿੰਗ ਆਰਟੀਕਲ ਇਨ ਨਿਊਜ਼ਪੇਪਰ, ਆ ਸੇਮ ਇੱਕ ਹੋਰ ਕੁਐਸਚਨ ਹੈ, 48 ਕੁਐਸਚਨ ਹੈ ਪੇਜ ਨੰਬਰ 40 ਦੇ ਵਿੱਚ। ਹੋਪਫੁਲ ਇੰਨੀ ਗੱਲ ਕਲੀਅਰ ਹੋਏਗੀ, ਮਤਲਬ ਇਹ ਵੀ ਪੇਜ 40 ਸੀ, ਇਹ ਵੀ ਪੇਜ 40 ਹੈ, ਉਹ ਕੁਐਸਚਨ ਨੰਬਰ 46 ਹੈ ਤੇ ਕੁਐਸਚਨ ਨੰਬਰ 48 ਹੈ। ਦੋ ਅਲੱਗ-ਅਲੱਗ ਕੁਐਸਚਨ ਨੇ, ਸੇਮ ਸਿੱਧੀ ਸਿੱਧੀ ਗੱਲ ਕੀਤੀ ਹੋਈ ਹੈ। ਨੈਕਸਟ ਗੱਲ ਕਰਦੇ ਰਾਈਟਿੰਗ ਦਾ ਮਲਟੀਪਲ ਟਾਈਮ, ਮੈਂ ਪ੍ਰੋਸੈਸ ਪ੍ਰੋਡਕਟ ਪੜਾ ਕੇ ਥੱਕ ਗਈ ਸੀ, ਹੈ ਨਾ। ਉਸੇ ਤਰ੍ਹਾਂ ਪ੍ਰੋਸੈਸ ਦੇ ਵਿੱਚ ਜੇਕਰ ਗੱਲ ਕਰੀ, ਕੁਐਸਚਨ 'ਚ ਪੁੱਛਿਆ ਸੀ ਓਨਲੀ, ਮੈਂ ਤੁਹਾਨੂੰ ਦੱਸਿਆ ਸੀ ਓਨਲੀ ਨੈਗੇਟਿਵ ਟਰਮ ਹੁੰਦੀ ਹੈ। ਸਟੈਪਸ ਇਨਵੋਲਵਡ ਇਨ ਰਾਈਟਿੰਗ, ਮੈਮੋਰਾਈਜੇਸ਼ਨ ਕਰਵਾਉਣਾ ਨਹੀਂ, ਐਰਰ ਫ੍ਰੀ ਰਾਈਟਿੰਗ ਇਨ ਦਾ ਫਸਟ ਡਰਾਫਟ। ਪਹਿਲੀ ਵਾਰੀ ਬੱਚਾ ਬਿਨਾਂ ਗਲਤੀ ਤੋਂ ਕੋਈ ਚੀਜ਼ ਸਿੱਖ ਸਕਦਾ, ਹੋ ਹੀ ਨਹੀਂ ਸਕਦਾ। ਇਨ ਕੇਸ ਕਿਸੇ ਬੱਚੇ ਨੂੰ ਨਹੀਂ ਵੀ ਕਨਸੈਪਟ ਕਲੈਰਿਟੀ ਸੀ, ਉਹ ਐਲੀਮੀਨੇਸ਼ਨ ਮੈਥਡ ਦੇ ਨਾਲ ਵੀ ਆਨਸਰ ਕਰ ਸਕਦਾ ਸੀ, ਠੀਕ ਹੈ। ਸੋ ਸਟੈਪ ਇਨਵੋਲਵਡ ਇਨ ਰਾਈਟਿੰਗ, ਤੁਹਾਨੂੰ ਪਤਾ ਹੀ ਆਪਣੇ ਕੋਲ ਇੱਕ ਟੀਚਰ ਵੀ ਸੀ ਗੀਤਾ ਮੈਮ, ਹੈ ਨਾ, ਉਹ ਇੱਕ ਵਰਡ ਬੋਲਦੇ ਹੁੰਦੇ ਸੀ, ਸਟੈਪ ਬਾਏ ਸਟੈਪ। ਸੋ ਇਹਦੇ ਵਿੱਚ ਹੀ ਆਪਾਂ ਗੱਲ ਕੀਤੀ। ਆ ਪੇਡ ਬੈਚ ਦਾ ਸੋਲਿਊਸ਼ਨ ਹੈ, ਪੇਡ ਬੈਚ ਦਾ ਰੈਫਰੈਂਸ ਤੁਸੀਂ ਕਹਿ ਸਕਦੇ ਹੋ, ਰਾਈਟਿੰਗ ਪੇਡ ਕਲਾਸ ਲਿਖਿਆ ਹੋਇਆ। ਇਹਦੇ ਵਿੱਚ ਕਰਵਾਇਆ ਸੀ ਸਟੈਪਸ ਇਨਵੋਲਵਡ ਇਨ ਕ੍ਰੀਏਟਿੰਗ ਅ ਯੂਨੀਕ ਪੀਸ ਆਫ ਰਾਈਟਿੰਗ, ਠੀਕ ਹੈ, ਜਿਹਦੇ ਵਿੱਚ ਇੰਫਸਾਈਜ਼ ਰਿਵਾਈਜ਼ਿੰਗ, ਐਡੀਟਿੰਗ, ਪ੍ਰੋਡਿਊਸਿੰਗ, ਜਿਹਦੇ ਵਿੱਚ ਆਪਾਂ ਬ੍ਰੇਨ ਸਟੋਰਮਿੰਗ ਯਾਦ ਹੈ, ਆਊਟਲਾਈਨਿੰਗ, ਦੈਨ ਆਪਾਂ ਫਾਈਨਲ ਲਾਸਟ ਤੇ ਬਿਲਕੁਲ ਸਾਰਾ ਕੁਝ ਲਿਖਣ ਤੋਂ ਬਾਅਦ ਫਾਈਨਲ ਡਰਾਫਟ, ਰਿਵਾਈਜ਼ਿੰਗ, ਸਾਰਾ ਕੁਝ ਹੀ ਲਿਖਿਆ ਸੀ। ਹੋਪਫੁਲੀ ਸਭ ਇਹ ਵੀ ਦੇਖ ਸਕਦੇ ਹੋ। ਸਟੇਜਿਸ ਦੀ ਵੀ ਮੈਂ ਗੱਲ ਕੀਤੀ ਹੈ, ਸਟੇਜਿਸ ਵੀ ਆਪਾਂ ਸਾਰੀਆਂ ਕਰੀਆਂ ਹੋਈਆਂ ਨੇ, ਬ੍ਰੇਨ ਸਟੋਰਮਿੰਗ, ਆਊਟਲਾਈਨਿੰਗ, ਡਰਾਫਟਿੰਗ, ਰਿਵਾਈਜ਼ਿੰਗ, ਪ੍ਰੂਫ ਰੀਡਿੰਗ, ਰਾਈਟਿੰਗ ਇਨ ਦਾ ਫਾਈਨਲ ਡਰਾਫਟ। ਸੋ 75 ਕੁਐਸਚਨ ਦੀ ਗੱਲ ਕਰਦੇ ਹਾਂ। ਫॉर ਟੀਚਿੰਗ ਵੋਕੈਬਲਰੀ ਇਨ ਇੰਗਲਿਸ਼ ਦ ਮੋਸਟ ਇਫੈਕਟਿਵ ਟੀਚਿੰਗ ਲਰਨਿੰਗ ਮਟੀਰੀਅਲ ਇਜ਼, ਸਭ ਤੋਂ ਜ਼ਿਆਦਾ ਟੀਚਿੰਗ ਲਰਨਿੰਗ ਮਟੀਰੀਅਲ ਐਲੀਮੀਨੇਸ਼ਨ ਮੈਥਡ ਦੇ ਨਾਲ ਵੀ ਹੋ ਰਿਹਾ, ਬਟ ਫਲੈਸ਼ ਕਾਰਡ ਤਾਂ ਆਪਾਂ ਕਰਵਾਇਆ ਹੀ ਹੋਇਆ। ਥਿਊਰੀ ਵਿੱਚ ਕਰਵਾਇਆ ਟੀਚਿੰਗ ਏਡਸ ਵਾਲੀ ਫਾਈਲ, ਨੋ ਡਾਊਟ ਇਹ ਥਿਊਰੀ ਦੇ ਨਾਲ MCQs ਵੀ ਕਿਸੇ ਸੈਸ਼ਨ ਦੇ ਵਿੱਚ ਹੋਇਆ ਸੀ, ਬਟ ਉਹ ਮੈਨੂੰ ਕੁਐਸਚਨ ਟੂ ਬੀ ਓਨੈਸਟ ਨਹੀਂ ਮਿਲਿਆ, ਕਿਉਂਕਿ 127 ਫਾਈਲਸ ਨੂੰ ਦੁਬਾਰਾ ਤੋਂ ਰੀ ਚੈੱਕ ਕਰਨਾ ਇੱਕ ਇੱਕ ਕਰਕੇ ਉਹ ਬਹੁਤ ਹੀ ਡਿਫੀਕਲਟ ਹੋ ਜਾਂਦਾ ਬੇਟਾ। ਸੋ ਆਈ ਹੋਪ ਕਿ ਤੁਸੀਂ ਇੰਨੀ ਗੱਲ ਨਾਲ ਕਲੈਰਿਟੀ ਕਰ ਪਾਓਗੇ, ਨਹੀਂ ਤਾਂ ਕੋਈ ਵੀ ਬੱਚਾ ਜੇਕਰ ਫ੍ਰੀ ਹੋਏ ਤਾਂ ਡੈਫੀਨੇਟਲੀ ਸਕਰੀਨਸ਼ਾਟ ਭੇਜ ਦੇਣਾ, ਠੀਕ ਹੈ। ਫਲੈਸ਼ ਕਾਰਡ ਦੇ ਬਾਰੇ ਆਪਾਂ ਆਲਰੇਡੀ ਦੱਸ ਚੁੱਕੇ ਹਾਂ। ਸੋ ਟੀਚਿੰਗ ਏਡਸ ਥਿਊਰੀ ਹੈ, ਪੇਡ ਕਲਾਸ ਦੇ ਵਿੱਚ ਕਰਵਾਇਆ ਹੈ। ਗ੍ਰਾਮਰ ਆ ਉਹ ਟੌਪਿਕ ਹੈ, ਜਦੋਂ ਮੈਨੂੰ ਯਾਦ ਹੈ ਮੇਰੀ ਕਲਾਸ ਵਿੱਚ ਕਿਸੇ ਇੱਕ ਸਟੂਡੈਂਟ ਨੂੰ ਡਾਊਟ ਸੀ, ਮੈਮ ਸਾਰੇ ਗ੍ਰਾਮਰ ਟੌਪਿਕ ਰਿਵਾਈਜ਼ ਕਰਵਾ ਦਿਓ। ਇੱਕ ਪੇਡ YouTube ਤੇ ਬੱਚਾ ਸੀ ਕਿ ਮੈਮ ਪਲੀਜ਼ ਗ੍ਰਾਮਰ ਕਰਾ ਦਿਓ। ਇੱਕ ਰਿਵੀਜ਼ਨ ਬੈਚ ਵਾਲਾ ਸੀ ਕਿ ਗ੍ਰਾਮਰ ਦੇ ਸਾਰੇ ਪੁਆਇੰਟਸ ਕਰਵਾ ਦਿਓ, ਫੰਕਸ਼ਨਲ, ਟ੍ਰੈਡੀਸ਼ਨਲ, ਪਰਸਪੈਕਟਿਵ ਗ੍ਰਾਮਰ ਆਈ ਪਈ ਹੈ, ਠੀਕ ਹੈ। ਹੁਣ ਦੇਖੋ ਇਹਦਾ ਪ੍ਰੂਫ ਤੁਹਾਡੇ ਸਾਹਮਣੇ ਹੀ, ਆਪਾਂ ਹਰ ਇੱਕ ਗ੍ਰਾਮਰ ਨੂੰ ਫਾਈਨਲ ਰਿਵੀਜ਼ਨ ਸੈਸ਼ਨ, ਮੈਂ ਫਿਰ ਵੀ ਗੱਲ ਦੇਖੋ, ਮੈਂ ਪੇਡ ਬੈਚ ਨੂੰ ਘੱਟ ਪ੍ਰੈਫਰੈਂਸ ਦੇ ਰਹੀ ਹਾਂ ਤਾਂ ਕਿ ਮੈਂ ਬੱਚਿਆਂ ਨੂੰ ਦੱਸ ਸਕਾਂ ਕਿ ਆਪਾਂ ਫ੍ਰੀ ਆਫ ਕੋਸਟ ਤੁਹਾਨੂੰ ਸਾਰੀ ਚੀਜ਼ਾਂ ਕਰਵਾਈਆਂ ਨੇ, ਬਿਲਕੁਲ ਫ੍ਰੀ ਆਫ ਕੋਸਟ। ਜ਼ਰੂਰੀ ਨਹੀਂ ਹੁੰਦਾ ਕਿ ਹੁਣ ਇਹ ਨਹੀਂ ਮੈਂ ਕਹਿ ਰਹੀ ਕਿ ਤੁਸੀਂ ਬੈਚ ਪਰਚੇਸ ਨਹੀਂ ਕਰਨਾ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਫ੍ਰੀ ਆਫ ਕੋਸਟ ਤੁਹਾਡੇ ਲਈ ਟੀਚਰਸ ਨੇ ਕਿੰਨਾ ਹਾਰਡ ਵਰਕ ਕਰਿਆ ਹੈ। ਤੇ ਤੁਸੀਂ ਇਹ ਦੇਖੋ ਪੇਡ ਬੈਚ ਦੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਨੇ, ਨੋ ਡਾਊਟ ਇਸ ਤੋਂ ਜ਼ਿਆਦਾ ਆਪਣੇ ਕੋਲ ਇਹਦੇ ਸੋਲਿਊਸ਼ਨਸ ਵੀ ਮਿਲ ਸਕਦੇ ਆ, ਪ੍ਰੂਫ ਵੀ ਮਿਲ ਸਕਦਾ, ਕਿਉਂਕਿ ਉੱਥੇ ਮੈਂ ਪਤਾ ਹੈ ਹਰ ਇੱਕ ਚੀਜ਼ ਨੂੰ ਡੀਪਲੀ ਲਾਈਨ ਟੂ ਲਾਈਨ, ਵਰਡ ਟੂ ਵਰਡ ਟ੍ਰਾਂਸਲੇਟ ਕਰਕੇ ਸਮਝਾਇਆ ਹੈ। ਦੈਨ ਮੈਂ MCQs ਦੇ ਵਿੱਚ ਵੀ ਲਾਈਨ ਟੂ ਲਾਈਨ ਵਰਡ ਮਤਲਬ ਇੱਕ ਕੁਐਸਚਨ ਸਮਝਾਇਆ। ਬਟ ਇੱਥੇ ਜਿਹੜਾ ਆਪਾਂ YouTube ਤੇ ਪ੍ਰੂਫ ਦੇਖ ਰਹੇ ਹੋ, ਪ੍ਰਿਸਕ੍ਰਿਪਟਿਵ, ਡਿਸਕ੍ਰਿਪਟਿਵ, ਫਾਰਮਲ, ਫੰਕਸ਼ਨਲ, ਸਾਰੇ ਹੀ ਆਪਣੇ ਸਾਹਮਣੇ ਗਿਵਨ ਨੇ, ਠੀਕ ਹੈ। ਹੁਣ ਤੁਸੀਂ ਰਾਜੇ ਥੋੜਾ ਬਹੁਤ ਤਾਂ ਤੁਹਾਨੂੰ ਵੀ ਆਪਣਾ ਮਾਈਂਡ ਯੂਜ਼ ਕਰਨਾ ਪਏਗਾ ਫॉर श्योर। ਨੈਕਸਟ ਜੇਕਰ ਗੱਲ ਕਰਦੇ 77 ਕੁਐਸਚਨ ਨਾਟ ਇਨਵੋਲਵਡ ਇਨ ਦ ਮੈਕੈਨਿਜ਼ਮ ਆਫ ਦ ਸਕਿੱਲ ਆਫ ਰੀਡਿੰਗ, ਇਹ ਪੇਡ ਬੈਚ ਵਾਲੇ ਬੱਚੇ ਜ਼ਰੂਰ ਜਾਣਦੇ ਨੇ, ਜਿੰਦੇ ਵਿੱਚ ਮੈਂ ਆਈਸ ਪੈਨ ਵੀ ਦੱਸਿਆ ਸੀ। ਆ ਦੇਖੋ ਪੇਡ ਬੈਚ ਦਾ ਸੈਸ਼ਨ ਹੈ, ਰੀਡਿੰਗ ਟੌਪਿਕ ਹੈ, ਪੇਡ ਕਲਾਸ ਹੈ, ਜਿੰਦੇ ਵਿੱਚ ਮੈਂ ਆਈਸ ਪੈਨ ਦੇ ਬਾਰੇ ਦੱਸਿਆ, ਸਮੋਲ ਪੋਜ਼ਿਸ, ਸ਼ਾਰਟ ਪੋਜ਼ਿਸ, ਫਿਕਸੇਸ਼ਨਸ ਹੁੰਦੇ ਆ, 2 ਫਿਕਸੇਸ਼ਨਸ ਹੁੰਦੇ ਨੇ, ਆਈਸ ਪੈਨ ਹੈ, ਲੋਂਗਰ ਆਈਸ ਪੈਨ ਹੈ, ਆ ਸਾਰੇ ਪੁਆਇੰਟਸ ਆਪਾਂ ਡਿਸਕਸ ਕਰਕੇ ਆਏ ਸੀ ਨਾ ਪੇਡ ਕਲਾਸ, ਠੀਕ ਹੈ। ਨੈਕਸਟ 78 ਕੁਐਸਚਨ ਦੀ ਗੱਲ ਕਰਦੇ ਹਾਂ। ਸਟੂਡੈਂਟਸ ਆਰ ਆਸਕਡ ਟੂ ਲਰਨ ਸੈਂਟੈਂਸ ਪੈਟਰਨਸ ਥਰੂ ਦਾ ਰਿਪੀਟਡ ਯੂਜ਼ ਇਨ ਮੀਨਿੰਗਫੁਲ ਸਿਚੁਏਸ਼ਨ। ਹੁਣ ਮੀਨਿੰਗਫੁਲ ਸਿਚੁਏਸ਼ਨ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ, ਆ ਰਹੀ ਸਿੱਧਾ ਆਨਸਰ
ਦੇਖੋ ਇੰਗਲਿਸ਼ ਦੀ ਸੀਟਡ PYQ ਬੁੱਕਸ ਜਿਹੜੀ ਆਪਾਂ ਬਣਾਈਆਂ ਸੀ, ਲਾਂਚ ਕਰੀਆਂ ਸੀ, ਉਹਦੇ ਵਿੱਚ ਪੇਜ ਨੰਬਰ 17 ਤੇ ਨੰਬਰ 278 ਦੇ ਵਿੱਚ ਆ ਗੱਲ ਕੀਤੀ ਹੋਈ ਹੈ, ਠੀਕ ਹੈ, ਕੁਐਸਚਨ ਨੰਬਰ 17। ਮਤਲਬ ਹਰ ਇੱਕ ਚੀਜ਼ ਦੀ ਪ੍ਰੈਕਟਿਸ ਕਰਵਾਈ ਹੋਈ ਹੈ। ਕਾਫੀ ਸਾਰੇ ਸਟੂਡੈਂਟਸ ਪਤਾ ਕੀ ਕਹਿੰਦੇ ਸੀ, ਆਹ ਕੁਐਸਚਨ ਇੱਥੇ ਦਿਖਾਉਣ ਦਾ ਮਤਲਬ ਪਤਾ ਕੀ ਹੈ ਕਿ ਮੈਮ ਮੈਂ ਨਾ ਇੱਕ ਵਾਰੀ ਮੌਕ ਟੈਸਟ ਦੇ ਵਿੱਚ ਜਿਹੜਾ ਹੈ ਪੈਸੇਜ ਸੇਮ ਪਾ ਦਿੱਤਾ ਸੀ, ਤੇ ਬੱਚੇ ਕਹਿੰਦੇ ਮੈਮ ਇਹ ਤਾਂ ਪੈਸੇਜ ਸੇਮ ਹੈ, ਇਹਨੂੰ ਕਿਉਂ ਪਾ ਰਹੇ ਹੋ, ਇੱਕ ਦਾ ਕੁਐਸਚਨ ਸੇਮ ਹੈ, ਇਹਨੂੰ PYQ ਕਿਉਂ ਪਾ ਰਹੇ ਹੋ। ਰਾਜੇ ਦੇਖ ਲਓ, ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਅੰਦਰਲੀ ਗੱਲ ਦਾ ਮਤਲਬ ਪਤਾ ਕੀ ਹੈ, ਮੈਕਸਿਮਮ ਜਿਹੜੇ ਕੁਐਸਚਨਸ ਨੇ ਨਾ ਉਹ PYQ ਬੇਸ ਦੇ ਸੈਂਸ ਦੇ ਵਿੱਚ ਆਏ ਨੇ, ਮਤਲਬ PYQ ਜਿਹੜਾ ਹੈ ਉਹਨੂੰ ਹਲਕਾ ਜਿਹਾ ਮੋਲਡ ਕਰਕੇ ਚੇਂਜ ਕੀਤਾ ਹੈ। ਸੋ ਇਹ ਗੱਲ ਯਾਦ ਰੱਖਿਓ, PYQ ਕਿੰਨੇ ਇੰਪੋਰਟੈਂਟ ਹੁੰਦੇ ਨੇ। ਨੈਕਸਟ ਜੇਕਰ ਗੱਲ ਕਰੀਏ, ਆ ਟੀਚਰ ਚੂਜ਼ ਕਾਮਨਲੀ ਯੂਜ਼ ਸੈਂਟੈਂਸ ਪੈਟਰਨ ਇਨਸਟੈਡ ਆਫ ਦਾ ਰੇਅਰ ਵਨਸ, ਇਹ ਆਪਾਂ ਜੇਕਰ ਗੱਲ ਕਰੀਏ ਆ ਪਿਆ ਹੋਇਆ ਕੁਐਸਚਨ, the syllabus of teaching our testing materials and classroom teaching are all planned carefully on the basis of the frequency of count of words। ਇਹ ਥੋੜਾ ਜਿਹਾ ਇਨਡਾਇਰੈਕਟ ਵੇ ਦੇ ਨਾਲ ਸੀ, ਥੋੜਾ ਅੰਡਰਸਟੈਂਡਿੰਗ ਬੇਸ ਸੀ। ਹੋਪਫੁਲੀ ਤੁਹਾਨੂੰ ਇੰਨੀ ਗੱਲ ਕਰੀ ਹੋਏਗੀ। ਪੇਜ ਨੰਬਰ 60 ਤੇ ਦਾ ਪ੍ਰੂਫ ਦਿੱਤਾ ਹੋਇਆ, ਤੁਸੀਂ ਜਾ ਕੇ ਕੁਐਸਚਨ ਚੈੱਕ ਕਰ ਸਕਦੇ ਹੋ 19 ਨੰਬਰ। ਹੁਣ ਦੇਖੋ ਇੰਡਕਟਿਵ ਮੈਥਡ, ਡਿਡਕਟਿਵ ਮੈਥਡ ਨਹੀਂ ਕਰਵਾਇਆ ਮੈਂ, ਕਿੰਨੀ ਵਾਰੀ ਕਰਵਾਇਆ, ਕਿੰਨੀ ਵਾਰੀ ਹੀ ਕਰਵਾਇਆ। ਇੰਡਕਟਿਵ ਮੈਥਡ ਸਿੱਧੇ ਸਿੱਧੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਬੇਟਾ ਜੀ, ਪੇਜ ਨੰਬਰ 60। ਹਾਲੇ ਤਾਂ ਸਿਰਫ ਮੈਂ ਬੁੱਕ ਵਾਲੇ ਤੇ YouTube ਵਾਲੇ ਕੁਐਸਚਨ ਮੈਂਸ਼ਨ ਕਰ ਰਹੀ ਹਾਂ, ਜਿਹੜੀਆਂ ਚੀਜ਼ਾਂ ਤੁਹਾਡੇ ਲਈ ਹੈਲਪਫੁਲ ਸੀ, ਜੋ ਆਪਾਂ ਤੁਹਾਡੇ ਲਈ ਲਾਂਚ ਕਰੀਆਂ ਸੀ, ਜੋ ਤੁਹਾਡੇ ਲਈ ਆਪਾਂ ਇਨੀਸ਼ੀਏਟਿਵ ਲਿੱਤੇ ਸੀ। ਬਟ ਤੁਸੀਂ ਇਹ ਦੇਖੋ ਪੇਡ ਬੈਚ ਦੇ ਵਿੱਚ ਇਸ ਤੋਂ ਮਲਟੀਪਲ ਟਾਈਮਸ ਆਪਾਂ ਇੰਡਕਟਿਵ ਡਿਡਕਟਿਵ ਕਰ ਚੁੱਕੇ ਹਾਂ, ਠੀਕ ਹੈ। ਸੋ ਆ ਪ੍ਰੂਫ ਤੁਹਾਡੇ ਸਾਹਮਣੇ ਗਿਵਨ ਨੇ। ਨੈਕਸਟ ਗੱਲ ਕਰੀਏ, ਟੀਚਰ ਇੰਟਰੋਡਿਊਸ ਅ ਨਿਊ ਲੈਂਗੁਏਜ ਆਈਟਮਸ ਥਰੂ ਦ ਕਨਵਰਸੇਸ਼ਨ ਐਂਡ ਡਾਇਲੋਗ, ਕਿੰਨੀ ਵਾਰੀ ਕਰਵਾਇਆ, ਕਿਹੜਾ ਟੌਪਿਕ ਹੈ, ਸਪੀਕਿੰਗ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਆ ਦੇਖੋ ਇਸ ਤਰ੍ਹਾਂ ਦੇ ਕੁਐਸਚਨ ਕਰਵਾਏ ਨਾ, ਡਜ਼ ਨਾਟ ਪ੍ਰਮੋਟ ਔਰਲ ਕਮਿਊਨੀਕੇਸ਼ਨ, ਕਿਹੜੀ ਚੀਜ਼ਾਂ, 4 ਆਪਸ਼ਨਸ ਦੇ ਵਿੱਚੋਂ। ਹੁਣ ਇਹ ਵੀ ਸੀਟਡ ਬੇਸ ਪੁਰਾਣਾ ਕੁਐਸਚਨ ਸੀ, ਬਟ ਆਪਾਂ ਪੇਡ ਬੈਚ ਦੇ ਵਿੱਚ ਵੀ ਇਹਨੂੰ ਲੈ ਕੇ ਕਰਵਾਇਆ ਹੋਇਆ। ਦੈਨ ਗੱਲ ਕਰੀ ਵਿਚ ਆਫ ਦ ਫੋਲੋਇੰਗ ਇਜ਼ ਅ ਪ੍ਰੋਡਕਟਿਵ ਲੈਂਗੁਏਜ ਸਕਿੱਲ। ਹੈਲੋ ਜੀ, ਤੁਹਾਡੇ ਆਸ਼ਮੀ ਮੈਮ ਸਾਹਮਣੇ ਹੀ ਨੇ। ਆਸ਼ਮੀ ਮੈਮ ਨੇ ਪ੍ਰੋਡਕਟਿਵ ਸਕਿੱਲ, ਤੁਹਾਨੂੰ ਪਤਾ ਮੈਂ ਲਿਸਨਿੰਗ ਨੂੰ ਲੈ ਕੇ ਨਾ ਹਮੇਸ਼ਾ ਇੱਕ ਟੌਪਿਕ ਨੂੰ 4 ਵਾਰੀ ਮਤਲਬ ਇਹਨਾਂ ਨੂੰ ਦੱਸਦੀ ਸੀ। ਲਿਸਨਿੰਗ, ਰੀਡਿੰਗ, ਰਿਸੈਪਟਿਵ ਨੇ, ਪੈਸਿਵ ਨੇ, ਸਪੀਕਿੰਗ, ਰਾਈਟਿੰਗ, ਐਕਸਪ੍ਰੈਸਿਵ, ਪ੍ਰੋਡਕਟਿਵ। ਆ ਪ੍ਰੋਡਕਟਿਵ ਸਿੱਧਾ ਸਿੱਧਾ ਪਿਆ ਹੋਇਆ। ਹੋਰ ਕੀ ਚਾਹੀਦਾ ਰਾਜੇ ਤੁਹਾਨੂੰ, ਹੋਰ ਕੀ ਚਾਹੀਦਾ ਹੈ? ਪ੍ਰੋਡਕਟਿਵ ਪੁੱਛਿਆ ਸੀ, ਪ੍ਰੋਡਕਟਿਵ ਆ ਪਿਆ। ਅਰੇ ਆਸ਼ਮੀ ਮੈਮ ਕਲੀਅਰ ਹੈ? ਚਲੋ ਆਓ ਕੁਐਸਚਨ ਹੈ ਨਾ, ਮੇਰੇ ਜਿੰਦੇ ਤੋਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਸੀ, ਸਭ ਤੋਂ ਜ਼ਿਆਦਾ ਖੁਸ਼ੀ ਕਿਉਂ, ਕਿਉਂਕਿ ਇਹ ਜਿਹੜਾ ਆਪਾਂ ਲਾਸਟ ਸੈਸ਼ਨ ਲਗਾਇਆ ਸੀ ਨਾ, ਜਿਹਦੇ 'ਚ ਗ੍ਰਾਮਰ 10 ਘੰਟੇ ਦੀ ਮੈਰਾਥਨ, ਉਹਦੇ ਵਿੱਚੋਂ ਡਾਇਰੈਕਟ ਕੁਐਸਚਨ ਆਇਆ ਸੈਲਡਮ ਵਰਡ ਕੀ ਹੁੰਦਾ ਹੈ। ਸੈਲਡਮ, ਕਾਫੀ ਸਾਰੇ ਬੱਚੇ ਐਡਜੈਕਟਿਵ ਲਗਾ ਕੇ ਆਏ ਨੇ। ਦੇਖੋ ਆ ਉਹ ਵਾਲਾ ਸੈਸ਼ਨ ਹੈ ਇੰਗਲਿਸ਼ ਮੈਰਾਥਨ ਸੈਸ਼ਨ, ਜਿਹੜਾ ਆਪਣਾ 11 ਮਾਰਚ ਨੂੰ ਲੱਗਿਆ ਸੀ ਬੇਟਾ ਜੀ। 11 ਮਾਰਚ ਨੂੰ ਕਿੰਨੇ ਘੰਟੇ ਲੱਗਿਆ ਸੀ? 10 ਘੰਟੇ। 10 ਆਰ ਵਾਲੀ ਮੈਰਾਥਨ ਵੀ ਬੜੀ ਯੂਜ਼ਫੁਲ ਰਹੀ ਹੈ। ਮੈਕਸਿਮਮ ਕੁਐਸਚਨਸ ਵੀ ਉਹਦੇ ਵਿੱਚੋਂ ਆਏ ਨੇ, ਬਟ ਮੈਂ ਜ਼ਿਆਦਾ ਉਹਨੂੰ ਨਹੀਂ ਵੀ ਮਤਲਬ ਸ਼ੋ ਕਰਵਾਇਆ, ਠੀਕ ਹੈ। ਦੇਖੋ ਦੇ ਸੈਲਡਮ ਵਰਡ ਸਿੱਧਾ ਮੈਂ ਪੁੱਛਿਆ ਸੀ ਕੀ ਆਏਗਾ, ਐਡਵਰਬ ਆਏਗਾ। ਹੋਰ ਚਾਹੀਦਾ ਪ੍ਰੂਫ? ਹਾਂ ਹੋਰ ਚਾਹੀਦਾ ਕਿ ਬਸ ਹੋ ਗਿਆ ਯਕੀਨ? ਮੈਮ ਹੋ ਗਿਆ ਸਾਨੂੰ ਯਕੀਨ। ਇਹ ਬੇਸਿਕਲੀ ਸੀ ਆਪਣੇ ETT ਦੇ ਕੁਐਸਚਨਸ। ਹੁਣ ਆਪਾਂ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਰਾਜੇ B.Ed, ਕਿਉਂਕਿ B.Ed ਵਾਲਿਆਂ ਨੂੰ ਵੀ ਐਕਸਾਈਟਮੈਂਟ ਹੈ ਮੈਮ B.Ed ਦਾ ਪ੍ਰੂਫ ਦੱਸੋ, ਸਾਨੂੰ ਐਵੇਂ ਨਹੀਂ ਯਕੀਨ ਹੋਣਾ ਤੁਹਾਡੇ ਤੇ, ਠੀਕ ਹੈ। ਅਸੀਂ ਫਿਰ ਅਗਲੀ ਵਾਰੀ ਪੇਪਰ ਦੇਣ ਆਉਣਾ ਹੈ ਤਾਂ ਫਿਰ ਸਾਨੂੰ ਪ੍ਰੂਫ ਦਿਓਗੇ ਤਾਂ ਹੀ ਆਵਾਂਗੇ। ਕਹਿੰਦੇ ਨੇ ਨਾ ਜੇਕਰ ਤੁਸੀਂ ਕਿਸੇ ਦੀ ਕੰਪਲੇਂਟ ਵੀ ਲਿਖਾਣੀ ਹੈ ਪੁਲਿਸ ਸਟੇਸ਼ਨ, ਸਭ ਤੋਂ ਪਹਿਲਾਂ ਤੁਹਾਨੂੰ ਪ੍ਰੂਫ ਦੇਣਾ ਪਏਗਾ। ਬਿਨਾਂ ਪ੍ਰੂਫ ਤੋਂ, ਬਿਨਾਂ ਐਵੀਡੈਂਸ ਤੋਂ ਕੋਈ ਵੀ ਤੁਹਾਡੀ ਗਲਤੀ ਨੂੰ ਵੀ ਨਹੀਂ ਮੰਨਦਾ, ਮਤਲਬ ਕਿ ਹਾਂ ਇਹਨੇ ਕੋਈ ਕ੍ਰਿਮੀਨਲ ਕੀਤਾ, ਕੋਈ ਅਪਰਾਧ ਕੀਤਾ। ਬਟ ਇੱਥੇ ਤਾਂ ਚੰਗੀ ਪੋਜ਼ੀਟਿਵ ਗੱਲ ਹੋ ਰਹੀ ਹੈ, ਸੋ ਇਹ ਤਾਂ ਮੈਟਰ ਕਰਦਾ ਹੈ ਪ੍ਰੂਫ ਦਿਖਾਣਾ। ਇਨ ਸ਼ੋਰਟ ਕਹਿਣ ਦਾ ਮਤਲਬ ਹੈ ਟੈਟ ਬਜ਼ਰ ਟੀਮ ਤੁਹਾਡੇ ਲਈ ਪੂਰਾ ਹਾਰਡ ਵਰਕ ਕਰਦੀ ਰਹੀ ਹੈ, ਦਿਨ ਰਾਤ ਕਰਦੀ ਰਹੀ ਹੈ। ਤੁਹਾਨੂੰ ਵੀ ਪਤਾ ਹੈ ਆਪਣਾ ਸਵੇਰੇ 7:45 ਤੇ ਵੀ ਸੈਸ਼ਨ ਹੁੰਦਾ ਸੀ। ਹੁਣ ਦੇਖੋ ਇੱਕ ਗੱਲ ਮੈਂ ਹੋਰ 7:45 ਵਾਲੇ ਸੈਸ਼ਨ ਦੀ ਕਰਨਾ ਚਾਹ ਰਹੀ ਹਾਂ। ਜਦੋਂ ਮੈਂ ਮੌਕ ਟੈਸਟ ਦੇ ਵਿੱਚ ਨਾ ਕੰਪਰੀਹੈਂਸ਼ਨ ਪਾਈ ਸੀ, ਬੱਚੇ ਕਹਿ ਰਹੇ ਸੀ ਮੈਮ ਕੰਪਰੀਹੈਂਸ਼ਨ ਬਹੁਤ ਔਕੇ ਬਣ ਲਓ, ਬਹੁਤ ਔਕੇ ਬਣ ਲਓ, ਸਾਡੇ ਤੋਂ ਨਹੀਂ ਹੁੰਦੇ, ਤੁਸੀਂ ਡੀਮੋਟੀਵੇਟ ਕਰੀ ਜਾਂਦੇ ਹੋ। ਮੈਂ ਬੱਚਿਆਂ ਨੂੰ ਸਿਰਫ ਇੱਕੋ ਗੱਲ ਕਹੀ ਸੀ, ਰਾਜੇ ਅੱਜ ਔਖੇ ਕਰ ਲੋਗੇ, ਪੇਪਰ 'ਚ ਈਜ਼ੀ ਲੱਗਣਗੇ। ਤੇ ਹੋਪਫੁਲੀ ਕਾਫੀ ਸਾਰੇ ਬੱਚਿਆਂ ਦੇ ਪੈਸੇਜ ਦੇ ਵਿੱਚ ਕੁਐਸਚਨ ਸਹੀ ਗਏ ਨੇ, ਠੀਕ ਹੈ। ਬਾਕੀ ਹਰ ਇੱਕ ਚੀਜ਼ ਪਤਾ ਮੈਂ ਉਹ ਕਲਾਸ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਿਉਂ ਨਹੀਂ ਕਹਿੰਦੀ ਹੁੰਦੀ ਸੀ, ਅੱਜ ਸੁਣ ਲਿਓ। ਜਿਹੜਾ ਬੇਸ ਹੁੰਦਾ ਨਾ ਫਰੋਮ ਡੇ 1 ਜਾਂ ਕਲਾਸ 1 ਤੋਂ ਲੈ ਕੇ ਕਲਾਸ +2 ਤੱਕ, ਉਹ ਬੇਸ ਜੇਕਰ ਤੁਹਾਡਾ ਨਹੀਂ ਬਣਿਆ ਨਾ ਬੇਟਾ ਜੀ, ਇੱਕੋਦਮ ਡਾਇਰੈਕਟ ਤੁਸੀਂ ਕਰੋਗੇ, ਚੀਜ਼ਾਂ ਤੁਹਾਡੇ ਲਈ ਸਾਹਮਣੇ ਪ੍ਰੋਬਲਮਸ ਹੀ ਲੱਗਣਗੀਆਂ, ਠੀਕ ਹੈ। ਇੱਕ ਚੀਜ਼ ਹੁੰਦਾ ਜਿਹਨੂੰ ਆਪਾਂ ਸਟਾਰਟਿੰਗ ਡੇ 1 ਤੋਂ ਡੇ ਐਂਡ ਤੱਕ ਕਰਦੇ ਆ ਰਹੇ ਹਾਂ, ਉਹ ਆਪਣੀ ਇੱਕ ਨੌਲੇਜ ਅੱਗੇ ਜਾ ਕੇ ਯੂਜ਼ ਹੁੰਦੀ ਹੈ। ਬਸ ਕੰਪਰੀਹੈਂਸ਼ਨ ਤੇ ਤੁਹਾਡਾ ਆ ਰੀਜ਼ਨ ਬਣਿਆ ਕਿਉਂਕਿ ਸ਼ੁਰੂ ਤੋਂ ਤੁਸੀਂ ਬੁੱਕ ਰੀਡ ਕਰੀਆਂ ਨਹੀਂ, ਇੰਗਲਿਸ਼ ਕਨਵਰਸੇਸ਼ਨ ਕਰੀ ਨਹੀਂ, ਬੁੱਕਸ ਪੜ੍ਹਨ ਦਾ ਮਨ ਕਰਦਾ ਨਹੀਂ ਨਾ, ਕਦੇ ਵੀ ਪੈਸੇਜ ਨੂੰ ਤੁਸੀਂ ਕੰਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ 4 ਰੀਜ਼ਨ ਕਰਕੇ ਤੁਹਾਡਾ ਕੰਪਰੀਹੈਂਸ਼ਨ 'ਚ ਦਿੱਕਤ ਆਉਂਦੀ ਸੀ, ਠੀਕ ਹੈ। ਬਟ ਇੱਕ ਪੋਜ਼ੀਟਿਵ ਗੱਲ ਹੈ, ETT ਕੈਡਰ ਦੇ ਵਿੱਚ ਤੁਹਾਡਾ ਕੋਈ ਵੀ ਪੈਸੇਜ ਨਹੀਂ ਆਏਗਾ। ਜੇ ਪੈਸੇਜ ਆਏਗਾ ਮਤਲਬ ਗ੍ਰਾਮਰ ਬੇਸਡ ਆਏਗਾ ਤੁਹਾਡਾ, ਜਿਹੜੇ ਨਾਰਮਲ PS ਸੈਟ ਚਾਹੁੰਦੇ ਸੋ ਉਵੇਂ ਨਹੀਂ ਆਏਗਾ, ਠੀਕ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ B.Ed ਦੇ ਇੰਗਲਿਸ਼ ਪ੍ਰੂਫ ਦੀ। ਸੋ ਇੰਗਲਿਸ਼ B.Ed ਦੇ ਵਿੱਚ ਜੇਕਰ ਗੱਲ ਕਰੀਏ, ਹਾਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ B.Ed ਦੇ ਵਿੱਚੋਂ ਐਕਚੁਅਲ ਦੇ ਵਿੱਚ ਕਿੰਨੇ ਕਰਵਾਏ ਤੋਂ ਕਿੰਨੇ ਕੁਐਸਚਨਸ ਆਏ ਨੇ। ਇਹ ਥੋੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪਹਿਲੀ ਗੱਲ ਤਾਂ ਇਹਨਾਂ ਨੇ 16 ਨੰਬਰ ਦਾ ਪੈਸੇਜ ਪਾਇਆ ਸੀ, ਠੀਕ ਹੈ। 16 ਨੰਬਰ ਦਾ ਕੀ ਸੀ ਆਪਣਾ ਪੈਸੇਜ। ਹੁਣ ਇਸ ਪੈਸੇਜ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਬੇਟਾ ਜੀ
ਆਪਣੇ 14 ਜਿਹੜੇ ਰੈਸਟ ਆਫ ਪੈਡਾਗੋਜੀ ਸੈਸ਼ਨ ਹੁੰਦੇ 14 ਦੇ ਵਿੱਚੋਂ 11 ਕੁਐਸਚਨ ਡਾਇਰੈਕਟ ਸੀ 11 ਕੁਐਸਚਨ ਆਪਣੇ ਡਾਇਰੈਕਟ ਸੀ ਠੀਕ ਹੈ 2 ਤੋਂ 3 ਕੁਐਸਚਨ ਐਵੇਂ ਸੀ ਜਿਹੜੇ ਮੈਮ ਨੇ ਇਨਡਾਇਰੈਕਟ ਕਰਵਾਏ ਹੋਏ ਸੀ ਮੈਂ ਨਹੀਂ ਕਰਵਾਏ ਟੂ ਬੀ ਓਨੈਸਟ ਮੈਂ ਨਹੀਂ ਆਪਣੇ ਤੇ ਜੇਕਰ ਮੈਂ ਨਹੀਂ ਕਰਵਾਏ ਤਾਂ ਮੈਂ ਆਪਣਾ ਨਾਮ ਨਹੀਂ ਲਾਂਗੀ ਰੀਤਿਕਾ ਮੈਮ ਨੇ ਕਰਵਾਈ ਸੀ ਗ੍ਰਾਮਰ ਬੇਸਡ ਉਹ ਵੀ ਪੀਐਸ ਟੈਟ ਤੇ ਕੈਡਰ ਵਾਲੇ ਬੱਚਿਆਂ ਨੂੰ ਠੀਕ ਹੈ ਸੋ 2 ਤੋਂ 3 ਕੁਐਸਚਨ ਇਨਡਾਇਰੈਕਟ ਸੀ ਕਿਉਂਕਿ ਮੈਂ ਮੈਮ ਨਾਲ ਕਨਵਰਸੇਸ਼ਨ ਕਰੀ ਕਿ ਮੈਮ ਮੈਂ ਆ ਕੁਐਸਚਨ ਨਹੀਂ ਕਰਵਾਏ ਮੈਮ ਕਹਿੰਦੇ ਮੈਨੂੰ ਦਿਖਾ ਦਿਓ ਸ਼ਾਇਦ ਮੈਂ ਕਰਵਾਏ ਹੋਣ ਤੇ ਉਹ ਐਗਜ਼ੈਕਟਲੀ ਮੈਮ ਨੇ ਕਰਵਾਏ ਸੀ ਠੀਕ ਹੈ ਚਲੋ ਹੁਣ ਡਿਸਕਸ ਕਰਦੇ ਹਾਂ ਬੀਐਡ ਵਾਲੇ ਸੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਮੈਥਡ ਆਫ ਟੀਚਿੰਗ ਗ੍ਰਾਮਰ ਰੂਲਸ ਆਰ ਫਸਟ ਟੋਟ ਕਿੰਨਾ ਈਜ਼ੀ ਰੂਲਸ ਕਿੰਨੇ ਸਭ ਤੋਂ ਪਹਿਲਾਂ ਸਿਖਾਇਆ ਜਾਂਦਾ ਆ ਦੇਖੋ ਤੁਹਾਡੇ ਮੈਮ ਆ ਗਏ ਫਿਰ ਤੋਂ ਜਿਹਦੇ 'ਚ ਆਪਾਂ ਫਾਈਨਲ ਰਿਵੀਜ਼ਨ ਸੈਸ਼ਨ ਲਗਾਇਆ ਸੀ ਫਾਈਨਲ ਰਿਵੀਜ਼ਨ ਲਗਾਉਣ ਦਾ ਮਤਲਬ ਇਹੀ ਸੀ ਕਿ ਤੁਹਾਨੂੰ ਥਿਊਰੀ ਜ਼ਿਆਦਾ ਤੋਂ ਜ਼ਿਆਦਾ ਕਵਰ ਕਰਵਾਈ ਜੇ ਦੇਖੋ ਇਹਦੇ 'ਚ ਇੰਡਕਟਿਵ ਮੈਥਡ ਵੀ ਕਰਵਾਇਆ ਡਿਡਕਟਿਵ ਮੈਥਡ ਕਰਾਇਆ ਐਗਜ਼ਾਮਪਲ ਟੂ ਰੂਲ ਰੂਲ ਟੂ ਐਗਜ਼ਾਮਪਲ ਆ ਸਾਰੀ ਐਗਜ਼ਾਮਪਲਸ ਕੀ ਇਫੈਕਟਿਵ ਦੱਸਦੇ ਸੀ ਹਾਊ ਇਟ ਵਰਕਸ ਆ ਵੀ ਸਾਰਾ ਕੁਝ ਦੱਸਿਆ ਸੀ ਠੀਕ ਹੈ ਸੋ ਜੇਕਰ 64 ਕੁਐਸਚਨ ਦੀ ਗੱਲ ਕਰਦੇ ਆ ਆਪਾਂ ਮਲਟੀਪਲ ਮੈਥਡਸ ਕਰੀਏ डायरेक्ट मैथड करिए ग्रामर ट्रांसलेशन मैथड करिए ठीक है आप डॉक्टर वेस्ट मैथड करिए मतलब काफ़ी सारे मैथड करे सी आ देखो क्वेश्चन की कह रहे फ्रॉम अ लर्निंग परस्पैक्टिव बैनिंग द यूज़ ऑफ मदर टंग बैनिंग का मतलब जितने तुम अपनी मात भाषा यूज़ नहीं कर रहे इन द डायरैक्ट मैथड मेनली एम्स टू ना भी मैं इनका प्रूफ दिखावा तुहानू पता है डायरैक्ट मैथड मतलब जेकर मैं टारगेट लैंग्वेज सीख रही है इंग्लिश टू इंग्लिश कन्वर्सेशन करांगी विदाउट यूजिंग मदर टंग बट जेकर मैं ग्रामर ट्रांसलेशन मैथड की गल करी तो मेरी उत्थे मदर टंग यूज़ होएगी ਹੁਣ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਸੀ ਐਕਸਪੋਜ਼ਰ ਕੀ ਹੁੰਦੀ ਪੋਜ਼ਿਟਿਵ ਟਰਮ ਇੱਕ ਰਿਡਿਊਸ ਟੀਚਰ ਵਰਕਲੋਡ ਟੀਚਰ ਦੇ ਨੂੰ ਤੁਸੀਂ ਨਹੀਂ ਐਵੇਂ ਦੇਣੀ ਤੇ ਬੱਚੇ ਨੂੰ ਪਹਿਲੀ ਪ੍ਰੈਫਰੈਂਸ ਦੇਣੀ ਹੈ ਇੰਪਰੂਵਿੰਗ ਰਾਈਟਿੰਗ ਐਕੂਰੇਸੀ ਨਹੀਂ ਆਏਗਾ ਪ੍ਰੋਮੋਟਿੰਗ ਟ੍ਰਾਂਸਲੇਸ਼ਨ ਸਕਿੱਲ ਟ੍ਰਾਂਸਲੇਸ਼ਨ ਤਾਂ ਆਪਾਂ ਰਾਈਟਿੰਗ ਉਹਦੇ ਚ ਕਰਦੇ ਆ ਮਦਰ ਟੰਗ ਜਿੰਦੇ 'ਚ ਆਪਾਂ ਮਾਤ ਭਾਸ਼ਾ ਯੂਜ਼ ਕਰਦੇ ਬਟ ਇਹਦੇ 'ਚ ਤਾਂ ਮਾਤ ਭਾਸ਼ਾ ਯੂਜ਼ ਹੀ ਨਹੀਂ ਹੋ ਰਹੀ ਫਿਰ ਸਿੱਧਾ ਸਿੱਧਾ ਆਪਾਂ ਨੂੰ ਪਤਾ ਸੀ ਇੱਕ ਤਾਂ ਟਾਰਗੇਟ ਡਾਇਰੈਕਟ ਭਾਸ਼ਾ ਦੀ ਗੱਲ ਹੋਈ ਡਾਇਰੈਕਟ ਮੈਥਡ ਟਾਰਗੇਟ ਲੈਂਗੁਏਜ ਹੋ ਰਿਹਾ ਟਾਰਗੇਟ ਲੈਂਗੁਏਜ ਦੇ ਵਿੱਚ ਐਕਸਪੋਜ਼ਰ ਆ ਗਿਆ ਉਤੋਂ ਮੈਕਸਿਮਮ ਆ ਗਿਆ ਤਿੰਨ ਪੋਜ਼ਿਟਿਵ ਟਰਮ ਸੀ ਬੇਟਾ ਜੀ ਮੈਂ ਇਨ ਸ਼ੋਰਟ ਇਹੀ ਗੱਲ ਕਹਿਣਾ ਚਾਹ ਰਹੀ ਹਾਂ ਜਿਹੜਾ ਬੱਚਿਆਂ ਦਾ ਪਿਆਰ ਮਿਲਿਆ ਮੈਨੂੰ ਐਸੀ ਚੀਜ਼ ਤੋਂ ਹੀ ਮਿਲਿਆ ਕਿ ਮੈਮ ਜੇਕਰ ਸਾਨੂੰ ਕੁਐਸਚਨ ਨਹੀਂ ਵੀ ਆਉਂਦੇ ਕੁਐਸਚਨ ਇੰਗਲਿਸ਼ ਨਹੀਂ ਸਮਝ ਆਈ ਤਾਂ ਅਸੀਂ ਇਲੀਮੀਨੇਸ਼ਨ ਮੈਥਡ ਲਗਾ ਕੇ ਪੋਜ਼ਿਟਿਵ ਨੈਗੇਟਿਵ ਟਰਮਸ ਨੂੰ ਫੋਲੋ ਕਰਕੇ ਵੀ ਪੇਪਰ ਕਰ ਸਕਦੇ ਸੀ ਇਹ ਉਵੇਂ ਦਾ ਕੁਐਸਚਨ ਹੈ ठीक है चलो आ रहा प्रूफ ठीक है इट इज़ अगेंस्ट द जीटी मैथड जीटी मतलब ग्रामर ट्रांसलेशन मैथड द मैथड वाज एडवोकेटेड बाय माइकल वेस्ट इतना नहीं आया एंड दैट्स पूछा बेस्ट थिंग्स अबाउट दिस मैथड इज दैट इज लिंक द फॉरेन वर्ड द आइडिया दैट इज रिप्रेजेंट एंड मतलब है इंग्लिश टू इंग्लिश गल कर रहे टारगेट लैंग्वेज टू टारगेट लैंग्वेज कर रहे हैं विदाउट यूजिंग मदर टंग ठीक है आ थ्योरी करवाई हुई है मैथड ऑफ टीचिंग इंग्लिश टॉपिक है पेड क्लास है स्लाइड नंबर 28 है पेड क्लास में मैं एक्सप्लेन भी करवाया है बट मैं जस्ट उनका थोड़ा प्रिंट आउट निकलवाया है फिर देखो कम्युनिकेशन इज डन ओनली इन टारगेट लैंग्वेज आ देखो मैं तुहानू कहा सी नो डाउट ओनली नैगेटिव टर्म है बट जेकर किसी एक परस्पैक्टिव की गल करिए तो उत्थे पॉजिटिव भी कंसीडर होंदा है पेज इत्थे 28 सी स्लाइड नंबर आ 30 स्लाइड नंबर ते पिया होया ठीक है कम्युनिकेशन इज डन ओनली इन टारगेट लैंग्वेज इस सही दा टॉपिक सी नैक्सट गल करते 65 क्वेश्चन वो कह रहे टीचर आस्क स्टूडेंट टू मैमोराइज ग्रामर रूल्स मैमोराइज रट्टाफिकेशन कौन गल करती है रट्टाफिकेशन दी आ रहा विच इज़ अ ट्रेडिशनल क्लासिकल लैंग्वेज आ वाला क्वेश्चंस करवाए हुए मल्टीपल टाइम इंग्लिश मैराथन सैशन दे करवाए हैं स्लाइड 24 दैन आप नैक्सट गल करते हैं रिनोड लिंग्विस्टिक प्रपोज द कंसैप्ट ऑफ यूनीवर्सल ग्रामर ये तो तुम कहोगे मैम मतलब ਸਾਡੇ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਯਾਦ ਹੋ ਗਿਆ ਯੂਨੀਵਰਸਲ ਗ੍ਰਾਮਰ ਵਾਲਾ ਕੁਐਸਚਨ ਕੌਣ ਹੁੰਦਾ ਹੈ ਨੌਮ ਚਮਸਕੀ ਦੇਖੋ ਮਲਟੀਪਲ ਟਾਈਮਸ ਕਰਵਾਇਆ ਹੋਇਆ ਹੈ ਆਰੇ ਤੁਹਾਡੇ ਮੈਮ ਦੇਖੋ ਹਰ ਇੱਕ ਚੀਜ਼ ਨੂੰ ਆਪਾਂ ਡੀਪਲੀ ਡਿਸਕਸ ਕਰਵਾਇਆ ਹੋਇਆ आई थिंक वो वाला सैशन से जिस दिन मैं तुहाडे नाल गुस्से हुई सी शाम नूं 7 बजे देख लो मैनूं इन्ना भी याद है किहड़े क्लास दे विच होया सी रूम नंबर 4 दे विच मैनूं इन्ना हर एक चीज़ याद है एंड चमस्की बारे पढ़िया सी जनरेटिव ग्रामर ट्रांसफॉर्मेशन यूनीवर्सल ग्रामर होर चाहिए ने प्रूफ देखो ऑनलाइन यूट्यूब पर ही आपां इन्ना कुछ करवाया जिहड़ा बच्चा जैनुअन च पढ़न वाला सी ना उन्हें पढ़ के भी दिखाया आ देखो फिर आप यूनीवर्सल ग्रामर नॉम चमस्की दे किन्ने क्वेश्चंस करे ने आप थ्योरीज ऑफ लैंग्वेज एक्विजिशन एंड लर्निंग दे विच आप पेज नंबर 52 ते क्वेश्चन नंबर 23 डिस्कस करया होया पेड क्लास दे विच फिर एक होर देखो अकॉर्डिंग टू चमस्की द ह्यूमन ब्रेन कंटेन्स द मैंटल ग्रामर डिकोड पैडागोजी दा डे 126 पेपर तो ਜਿਹੜੇ 10 दिन ਪਹਿਲਾਂ 10 दिन भी नहीं 5-7 दिन ਪਹਿਲਾਂ ਜਿਹੜਾ ਸੈਸ਼ਨ ਲਗਾਇਆ ਸੀ ਉਹਦੇ ਵਿੱਚ ਵੀ ਮੈਂ ਕਰਵਾਇਆ ਸੀ ਯੂਨੀਵਰਸਲ ਗ੍ਰਾਮਰ ਇਹ ਤਾਂ ਸਿਰਫ 3 ਪ੍ਰੂਫ ਨੇ ਬੇਟਾ ਜੀ ਮਲਟੀਪਲ ਟਾਈਮਸ ਆ ਕੁਐਸਚਨ ਕਰਵਾਇਆ ਯੂਨੀਵਰਸਲ ਗ੍ਰਾਮਰ ਨੈਕਸਟ ਜੇਕਰ ਗੱਲ ਕਰੀਏ ਉਹ ਰੈਪੀਡੀਏਟ ਜਿਹੜਾ ਵਰਡ ਹੈ ਉਹ ਇਨਡਾਇਰੈਕਟ ਵੇ ਦੇ ਨਾਲ ਆਇਆ ਸੀ ਇਨਡਾਇਰੈਕਟ ਨਹੀਂ ਆਪਾਂ ਕਹਿ ਸਕਦੇ ਡਾਇਰੈਕਟ ਕਹਾਂਗੇ ਰੀਜ਼ਨ ਕਿਉਂ ਹੈ ਕਿਉਂਕਿ ਆਪਣੀ ਆਲਰੇਡੀ ਬੁੱਕ ਤੁਹਾਨੂੰ ਜੇਕਰ ਆਪਾਂ ਵਿਸ਼ਵਾਸ ਬੁੱਕ ਦੇ ਦਿੱਤੀ ਸੀ ਜਿਹੜੇ ਬੱਚਿਆਂ ਨੇ ਪੜ੍ਹਨਾ ਸੀ ਸਾਈਨੋਨੀਅਮਸ ਐਂਟੋਨੀਅਮਸ ਉਹਨਾਂ ਨੇ ਪੜ੍ਹੇ ਵੀ ਨੇ ਕਾਫੀ ਸਾਰੇ ਬੱਚੇ ਆਵੇਂ ਨੇ ਜਿਨ੍ਹਾਂ ਨੇ ਕਿਹਾ ਮੈਮ ਸਾਨੂੰ ਤਾਂ ਇਹ ਵਾਲੇ ਵਰਡਸ ਆਉਂਦੇ ਸੀ ਠੀਕ ਹੈ ਐਂਟੋਨੀਅਮਸ ਹੀ ਆ ਰਿਹਾ ਤੁਹਾਡੇ ਸਾਹਮਣੇ ਵਰਡ ਹੈ ਬੁੱਕ ਹੈ ਟੈਟਬਸ ਦਾ ਤੁਹਾਡੇ ਸਾਹਮਣੇ ਲੋਗੋ ਸ਼ੋ ਹੋ ਰਿਹਾ ਹੁਣ ਆ ਇੱਕ ਦੇਖੋ 69 ਐਵੇਂ ਦਾ ਵਰਡ ਸੀ ਕਾਫੀ ਸਾਰੇ ਬੱਚਿਆਂ ਨੂੰ ਇਹ ਲੱਗਦਾ ਸੀ ਮੈਮ ਤੁਸੀਂ ਸਾਨੂੰ ਆਰਟੀਕਲ ਟੌਪਿਕ ਕਰਵਾ ਦਿੱਤਾ ਬੇਸਿਕ ਅੰਡਰਸਟੈਂਡਿੰਗ ਕਰਵਾ ਦਿੱਤੀ ਕੁਐਸਚਨਸ ਦਾ ਇੱਕ ਅੱਧਾ ਪੁਆਇੰਟ ਕਹਿ ਰਹੇ ਸੀ ਕਿ ਮੈਮ ਉਹ ਬਸ ਜਿਹੜਾ ਤੁਸੀਂ YouTube ਤੇ ਕਰਵਾਇਆ ਸੀ ਮੈਰਾਥਨ ਉਹਦੇ ਨਾਲ ਤਾਂ ਸਾਨੂੰ ਸਹਾਰਾ ਮਿਲ ਗਿਆ ਹੁਣ ਦੇਖੋ ਡੈਸ਼ ਗ੍ਰੇਟ ਸੀਜ਼ਰ ਡੈਸ਼ ਇਮੋਰਟਲ ਸ਼ੇਕਸਪੀਅਰ ਹੁਣ ਇੱਥੇ ਬੱਚੇ ਨੇ ਐਨ ਲਗਾਇਆ ਸੀ
ठीक है, किसी होर ने भी एन लगाया सी, मतलब समझ चुके होवोगे, बट नहीं एक्चुअल से दोनों ही की आएंगे दा ते दा। ठीक है, एंड दे ना मैं तुहानू अप्रूफ की तरह दिखा रही हाँ। स्लाइड नंबर 11 आर्टिकल है पेड बैच के करवाया होया, कालिदास इज़ द शेक्सपीयर ऑफ इंडिया। एक तो जो याद रखिया जो डॉट्स की गल की आ, दो डॉट्स मतलब तुहानू पॉइंट क्लीयर हो पाएगा, स्पैसीफिक गल नू मैंशन करके किया है तो द ग्रेड तो आएगा ही आएगा। नो डाउट तुम सी तो डी च कन्फ्यूज होए सी, बट डी विल बी राइट आंसर। ठीक है, अप्रूफ तुहाडे सामने गिवन है। नैक्सट गल करते हैं 70 द एक्शन takes after diagnose the help children to overcome their learning difficulties are called। अरे कोई चाहिए होर प्रूफ? ऊपर की लिखिया से डायग्नोस करना है, डायग्नोस किंदे ना करते हो रेमीडियल टीचिंग, बस इतने थोड़ा मोल्ड करता, ऊपर रेमीडियल टीचिंग लिख दी डायग्नोस टेस्ट। देखो इंग्लिश पैडागोजी प्लस ग्रामर सैशन मिनी मैराथन, आ जो क्वेश्चन है मिनी मैराथन के करवाया हुआ है। जो बच्चा डे 1 से मेरे नाल जुड़िया होया है, डे 1 से मेरे नाल जुड़िया उन्होंने पता है। एक्चुअल के मैं एक होर चीज़ नोट करी, जो बच्चा सच्ची च मल्टीपल्स जुड़े हुए डे 1 तो डी गॉड पैडागोजी तो। एक अद्धा क्वेश्चन एक बच्चा एवें भी सी जिनकी आईडी मैनू याद सी, डेफिनेटली याद सी, हमेशा मैं उनकी मतलब यूट्यूब सैशन के नाम भी लिया है, आ वाला बच्चा है वो एट द एंड पेपर क्लीयर होने तो बाद मोल्ड हो गया। मतलब मोल्ड मतलब समझ पा रहे हो, शिफ्ट। कोई आशमी मैम का रोल नहीं, कोई किसी का नहीं, कोई होर ही टीचर का रोल हो गया। ठीक है, एवं के भी स्टूडेंट्स मिलते हैं, बट ठीक है असं इन्ना तो इन्नी चीज़ का वो नहीं इफैक्ट पाते, क्योंकि जिन्हें मेहनत की है उन्होंने पता है, तो जिन्हें करवाया है उन्होंने भी पता, तो जिन्हें कराया पेपर क्लीयर उन्होंने भी पता है। सो तुहाडे सारिਆਂ का बहुत प्यार मिले, उनके लिए मैं खुश हाँ। फिर एक बच्चा मैटर नहीं करता, कोई गल नहीं, मैं एट द एंड अपना कर्म निभा दिता से, उनके डिपेंड है। हुण देखो आ क्वेश्चन ना इनडायरैक्ट वे दे नाल आया होया बेटा जी। डैश इज लैंग्वेज रेफर टू द पीरियोडिक रेक्यूरेंस ऑफ द सर्टेन कॉम्पलैक्सिस ऑफ पैटर्न्स ऑफ साउंड इन अटरेंस कॉन्स्टिट्यूटिंग अ टेक्स्ट, फोनैटिक्स रिदम प्रीफिक्स सफिक्स। हुणे मैं बच्चों नूं ये भी कहा सी कि तुसी एलिमिनेशन भी तो लगा सकते सी। एलिमिनेशन पता कि सी प्रीफिक्स पहला सफिक्स बाद दे विच नहीं आ सकता सी। फोनैटिक धुनियां की गल करते, नो डाउट तुसी ते साउंड देख लिया होएगा, साउंड लिखा है, बट उन्होंने ये कहा सी पीरियोडिक रिकरेंस ऑफ सर्टेन कॉम्पलैक्सिस और पैटर्न्स ऑफ साउंड इन अटरेंस कंस्टिट्यूटिंग अ टेक्स्ट। मतलब जेकर आप गल करिए रिपीटिंग एंड दे मैन थोड़ा अंडरस्टैंडिंग बेस सी, नो डाउट मैं ये नहीं कह रही कि नहीं सी, ये बस थोड़ा समझने वाला सी। कुछ बच्चों ने साउंड दे के लगा दिता, बट जेकर आप रिपीटिंग की गल करें तो रिदम आएगा, बी विल बी राइट आंसर। हुण देखो आ राइम स्कीम मैं मैराथन सैशन के करवाई सी, बिल्कुल लास्ट से देख लो, लास्ट से 500 क्वेश्चन सी ते अपना 500 क्वेश्चन का टारगेट सी। इन्हां 500 क्वेश्चन के मैं लास्ट तो देखो ये लिखा भी है, स्लाइड नंबर 164 है, क्वेश्चन नंबर 500। एंड मैं तुहानू लास्ट दस्सिया सी, ये सारी चीज़ां जिहड़ियां हुंदियां ने रिदम हुंदियां ने। ठीक है, तुसीं रिकॉर्डेड देख लेना, लैड हैड आइज वाइज आ दो सिमिलर वर्ड आ रहे हैं, रिदम नू शो कर रहे हैं। बिगिन कैन, ठीक है, ग्रेट प्लेट, यूज शूज, स्मार्ट स्टार्ट, आ सारे सिमिलरिटी। ये मतलब जिहड़ी पोइम हुंदी रिदम दे विच गाई जाती है, बेसिकली उनके बारे पूछा सी। आ तो क्वेश्चन एवें दा है जिहड़ा अपने बुक दे विच डायरैक्ट दिता होया। ठीक है, आ देखो आ रहा, उन्होंने पूछा सी टोटल वाउल्स किन्ने होंदे ने, टोटल वाउल्स किन्ने होंदे ने 20। इस तो ईजी क्वेश्चन चाहिए सी, हाँ इस तो ईजी कोई क्वेश्चन चाहिए सी। टोटल वाउल्स किन्ने फनीम्स है ने 20, राइट आंसर क्या आना सी ए ऑप्शन। इंग्लिश यूट्यूब फाइनल रिविजन सैशन के करवाया होया। ठीक है, दैन देयर आर डैश कॉन्सोनेंट्स, आ अपनी बुक का क्वेश्चन है, आ अपनी विश्वास बुक का क्वेश्चन है, जिंदे विच बस इन्ना है थोड़ा चेंज होया है। मतलब इतने पहला सिर्फ कॉन्सोनेंट लिखा इस पेपर के आया वाउल्स। हुण इन्ना तो आपको पता ही, जो मैं यूट्यूब तो ही करवा दिता, ऑफलाइन बैच करवा दिता, मल्टीपल टाइम्स करा दिता, ये तो क्वेश्चन जस्ट फिर एक जरिया सी। ठीक है, मैं फिर तो कह रही हूँ राजे, हर एक चीज़ ना एक सहारा बनती होंगी है। हुण यही गल होंदी है, जेकर बच्चे कर मैं आशमी मैम बनना, तुसीं आशमी मैम नहीं बन सकते। क्यों नहीं बन सकते? क्योंकि हर एक परसन अपने आप दे विच यूनीक है। इत्थे तुसीं आपदी जगह बनानी है, मे बी शायद तुसीं मेरे तो अगे ज़्यादा ग्रो करो, है ना, मेरे तो ज़्यादा तुहाडे च क्वालिटीज़ होन। सो आपदी पहचान बना। उस तरह जेकर क्वेश्चन की गल करिए, डायरैक्ट टू डायरैक्ट क्वेश्चन नहीं आएगा। ठीक है, तुसीं कहोगे हर एक चीज़ सेम आए, हर एक, फिर भी देखो 90% क्वेश्चन सेम है। आ वाला क्वेश्चन ते आ वाला क्वेश्चन 90% सेम है, बस सिर्फ एक चीज़ वर्ड चेंज होया, इत्थे वाउल्स आया सी ते इत्थे क्या आया सी, कॉन्सोनेंट आया सी। ठीक है, सो इन्हां चीज़ों का तुसीं ध्यान देना ही देना है। हुण देखो ऑन द बेसिस ऑफ प्लेस ऑफ आर्टिकुलेशन बी साउंड, ये जिहड़ा किसी बच्चे ने मैनूं कहा कि मैम तुसीं आ क्वेश्चन नहीं करवाया, उन्होंने मैं स्पैशल आके कुटांगी। रीजन आ करवाया होया, लो जी चक्को, क्योंकि मैनू एस प्रूफ लभन ते घट तो घट भी 10-20 मिनट लगे ने, तो आ प्रूफ मैं देना ही देना सी। रीजन की है, क्योंकि ये वो वाला सैशन है, मैनू इन्ना याद है, रूम नंबर 5 के क्लास लगी सी। ठीक है, हालांकि ये आई थिंक स्पैशल 7 सैट 7 है, बहुत महीने 1.5 महीना पुरानी गल है। रूम नंबर 5 से सैशन लगे, तो उस दिन क्लास में बच्चे लड़ते पे सी आपस में, कोई यूट्यूब से सैशन से, यूट्यूब के आपस में लड़ाई झगड़ा होंदा पिया सी। मैनू ये भी याद है, मैं इन्होंने कहा स्किप,
ਠੀਕ ਹੈ ਜੀ, ਨਹੀਂ ਪੜ੍ਹਨਾ ਤਾਂ ਚਲੇ ਜਾਓ, ਮੈਨੂੰ ਇਹ ਵੀ ਯਾਦ ਹੈ। ਠੀਕ ਹੈ, ਹੁਣ ਇਹਦੇ 'ਚ ਪਲੋਸਿਵਸ ਕਰਵਾਇਆ ਸੀ, 에ਅਰ ਫਲੋ ਕੰਪਲੀਟਲੀ ਬਲੌਕਡ ਐਂਡ ਬਰਸ ਦੇ ਨਾਲ, ਮਤਲਬ ਇੱਕ ਵਾਰੀ ਰੁਕ ਕੇ ਫਿਰ ਇੱਕੋਦਮ ਨਿਕਲਦੀ ਹੈ ਹਵਾ। ਇਹਦੇ 'ਚ ਦੇਖੋ ਬੀ ਵਰਡ ਡਾਇਰੈਕਟ ਦਿੱਤਾ ਹੋਇਆ, PBTD, ਇਹ ਉਹ ਵਾਲਾ ਸੈਸ਼ਨ ਸੀ। ਮੈਂ ਬੱਚਿਆਂ ਨੂੰ ਵਾਊਲਸ ਤੇ ਜਿਹੜੇ ਕੌਨਸੋਨੈਂਟ ਸੀ ਉਹਦੇ ਚਾਰਟ ਨੂੰ ਬੇਸਿਕਲੀ ਡਿਸਕਸ ਕਰਿਆ ਸੀ। ਆਪਣਾ ਟੌਪਿਕ ਸੀ organ of speech ਦਾ ਸਪੈਸ਼ਲ ਸੈਸ਼ਨ ਲੱਗਿਆ ਸੀ। ਦੇਖੋ ਸਪੈਸ਼ਲ ਸੈਸ਼ਨ ਸੈਟ ਨੰਬਰ 7 ਚੈੱਕ ਕਰ ਸਕਦੇ ਹੋ। ਠੀਕ ਹੈ, ਨੈਕਸਟ 19 ਨੰਬਰ ਦੀ ਕੁਐਸਚਨ ਦੀ ਗੱਲ ਕਰਦੇ ਹਾਂ। ਸਬ ਸਕਿੱਲ ਤੁਹਾਨੂੰ ਕਰਵਾਈਆਂ ਹੋਈਆਂ ਨੇ, ਸਕੈਨਿੰਗ ਸਕੀਮਿੰਗ ਕਿੰਨੀ ਵਾਰੀ ਮਲਟੀਪਲ ਟਾਈਮਸ ਕਰਵਾਇਆ ਹੋਇਆ। ਸਕੈਨਿੰਗ ਦੇਖੋ ਉੱਪਰ कैसे विच रीडिंग सब skill involves सर्चिंग a text like a telephone dictionary। ठीक है, थ्रू द न्यूज़ एंड न्यूज़पेपर की गल की इंफॉर्मेशन द रीडिंग पैसेज, मतलब स्कैनिंग के अकॉर्डिंग काफ़ी सारे मल्टीपल टाइम्स क्वेश्चंस करे हुए हैं। ठीक है, ਹੁਣ स्पैसिफिक पीस ऑफ इंफॉर्मेशन विश्वास बुक के विचों एक पेज नंबर 36 ਦੇ ਵਿੱਚ ਗਿਵਨ ਹੈ। ਆ ਦੇਖੋ ਸਕੈਨਿੰਗ ਦੇ ਸਿਰਫ ਇੱਕ ਆਨਸਰ ਨਹੀਂ ਹੈ, ਮਲਟੀਪਲ ਵਾਰੀ ਕਰਵਾਇਆ ਬੇਟਾ। ਮੈਂ ਇਹਦੇ ਲਈ ਸਟਾਰਟਿੰਗ ਦੇ ਮੈਨੂੰ ਇੰਨਾ ਵੀ ਯਾਦ ਹੈ, ਜਦੋਂ ਮੈਂ ਬਿਲਕੁਲ ਨਵੀਂ ਆਈ ਸੀ ਨਾ ਟੈਟਾ ਬਜ਼ਰ ਅਕੈਡਮੀ ਤੇ, ਉਦੋਂ ਮਹੀਨੇ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਮੈਂ YouTube ਤੇ ਲਗਾਇਆ ਸੀ ਸਕੀਮਿੰਗ ਤੇ ਸਕੈਨਿੰਗ ਦਾ ਸੈਟਰਡੇ। ਉਦੋਂ ਸਟਾਰਟਿੰਗ ਦੇ ਸੈਟਰਡੇ ਸੈਸ਼ਨਸ ਲੱਗਦੇ ਹੁੰਦੇ ਸੀ, ਉਹ ਸ਼ਾਇਦ ਤੁਸੀਂ ਨਹੀਂ ਦੇਖਿਆ ਹੋਏਗਾ, ਬਟ ਉਸ ਤੋਂ ਬਾਅਦ ਮਲਟੀਪਲ ਟਾਈਮਸ ਹੋ ਚੁੱਕਿਆ। ਵਿਸ਼ਵਾਸ ਬੁੱਕ ਦੇ ਵਿੱਚ ਪੇਜ ਨੰਬਰ 37 ਤੇ ਆ ਦੋ ਪ੍ਰੂਫ ਨੇ। ਠੀਕ ਹੈ, ਆ ਵੀ ਪ੍ਰੂਫ ਹੈ ਆਪਣਾ ਇੰਗਲਿਸ਼ ਮੈਰਾਥਨ ਸੈਸ਼ਨ ਦੇ ਵਿੱਚ ਪ੍ਰੂਫ ਹੈ। YouTube ਤੇ ਜਿਹੜੀ 11 ਤਰੀਕ ਨੂੰ ਲੱਗੀ ਸੀ ਸਲਾਈਡ ਨੰਬਰ 35 ਦੇ ਵਿੱਚ ਵੀ ਆਪਾਂ ਡਿਸਕਸ ਕਰਿਆ ਸੀ। ਠੀਕ ਹੈ, ਸਕੈਮਿੰਗ ਆਪਾਂ ਫਾਈਨਲ ਰਿਵੀਜ਼ਨ ਸੈਸ਼ਨ ਦੇ ਵਿੱਚ ਵੀ ਡਿਸਕਸ ਕਰਿਆ। ਮਤਲਬ ਮਲਟੀਪਲ ਟਾਈਮਸ ਇਹ ਕੁਐਸਚਨਸ ਆਪਾਂ ਡਿਸਕਸ ਕਰੇ ਨੇ। ਹੋਪਫੁਲੀ ਤੁਹਾਨੂੰ ਇੰਨੀ ਗੱਲ ਕਲੀਅਰ ਹੋਏਗੀ ਕਿ ਆਪਨੇ ਕਰਵਾਏ ਦੇ ਵਿੱਚੋਂ ਪੇਪਰ ਆਇਆ ਹੈ। ਠੀਕ ਹੈ, ਜਿਨ੍ਹਾਂ ਨੂੰ ਤਾਂ ਯਕੀਨ ਹੈ ਉਹਨਾਂ ਨੇ ਤਾਂ ਆਪਣਾ ਬਹੁਤ ਪਿਆਰ ਬਰਸਾਇਆ ਹੈ ਆਪਣੀ ਪੂਰੀ ਟੈਟ ਬਜ਼ਰ ਟੀਮ ਦੇ ਨਾਲ, ਆਸ਼ਮੀ ਮੈਮ ਦੇ ਨਾਲ। ਬਹੁਤ ਖੁਸ਼ੀ ਹੋਈ ਰਾਜੇ, ਬਟ ਇਹ ਇੱਕ ਜ਼ਰੂਰੀ ਸੀ ਚੀਜ਼ ਦਿਖਾਣੀ, ਮੈਂਸ਼ਨ ਕਰਨੀ ਜ਼ਰੂਰੀ ਹੁੰਦੀ ਹੈ ਸਮ ਟਾਈਮ, ਤਾਂ ਕਿ ਕੱਲ੍ਹ ਨੂੰ ਆਉਣ ਵਾਲੇ ਬੱਚਿਆਂ ਨੂੰ ਜਾਂ ਤੁਹਾਨੂੰ ਜਿਨ੍ਹਾਂ ਬੱਚੇ ਨੂੰ ਇਹ ਵੀ ਲੱਗਦਾ ਨਾ ਸਾਡਾ ਪੇਪਰ ਸਹੀ ਨਹੀਂ ਹੋਇਆ, ਅਸੀਂ ਇੰਗਲਿਸ਼ ਦੀ ਇੰਨੀ ਉਮੀਦ ਕਰੀ ਸੀ, ਉਹਦੇ ਅਕੋਰਡਿੰਗ ਇੰਗਲਿਸ਼ ਉਵੇਂ ਨਹੀਂ ਆਈ ਜੋ ਮੈਮ ਨੇ ਕਰਵਾਈ ਸੀ, ਉਹਨਾਂ ਲਈ ਇਹ ਪ੍ਰੂਫ ਹੈ। ਠੀਕ ਹੈ, ਹਰ ਇੱਕ ਚੀਜ਼ ਤੁਸੀਂ ਕਹੋ ਕਿ ਸਪੂਨ ਫੀਡਿੰਗ ਹੋ ਜਾਓ ਬੇਟਾ ਜੀ, ਨਹੀਂ ਹੁੰਦਾ। ਨੋ ਡਾਊਟ ਅਸੀਂ ਤੁਹਾਡੇ ਲਈ ਐਫਰਟਸ ਕਰ ਸਕਦੇ ਹਾਂ, ਤੁਹਾਡੇ ਲਈ ਮਿਹਨਤ ਕਰਾ ਸਕਦੇ ਹਾਂ, ਤੁਹਾਨੂੰ ਪ੍ਰੈਕਟਿਸ ਕਰਵਾ ਸਕਦੇ ਹਾਂ, ਬਾਕੀ ਅੱਗੋਂ ਚੱਲਣਾ ਤੁਸੀਂ ਹੈ, ਹੈ ਨਾ। ਹੋਪਫੁਲੀ ਤੁਸੀਂ ਇਸ ਗੱਲ ਨਾਲ ਐਗਰੀ ਵੀ ਹੋਵੋਗੇ। ਸੋ ਬਹੁਤ ਅੱਛਾ ਲੱਗਿਆ ਰਾਜੇ ਤੁਹਾਡੇ ਨਾਲ, ਜਿੰਨਾ ਵੀ ਟਾਈਮ ਸੀ ਆਪਾਂ ਬਹੁਤ ਅੱਛਾ ਸਪੈਂਡ ਕਰਿਆ, ਬਹੁਤ ਖੁਸ਼ੀ ਵੀ ਹੋਈ। ਬਾਕੀ ਇਨ ਕੇਸ ਜੇਕਰ ਤੁਸੀਂ ਆਓਗੇ ਨਵੇਂ ਬੈਚ ਦੇ ਵਿੱਚ ਆਪਾਂ ਮਿਲਾਂਗੇ ਡੈਫੀਨੇਟਲੀ। ETT ਕੈਡਰ ਦੇ ਵਿੱਚ ਇੰਗਲਿਸ਼ ਮੈਂ ਹੀ ਤੁਹਾਨੂੰ ਕਰਵਾਵਾਂਗੀ। ਜਿਹੜੇ ਇਨ ਕੇਸ ਨਹੀਂ ਵੀ ਆਉਂਦੇ ਕਿਸੇ ਵੀ ਰੀਜ਼ਨ, ਕਈ ਵਾਰੀ ਬੱਚਾ ਸੈਲਫ ਸਟੱਡੀ ਵੀ ਕਰਦਾ, ਤਾਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾਂ 'ਚ ਰਹੋ। ਬਾਕੀ ਜਿਹੜੇ ਆਉਣਗੇ ਉਹਨਾਂ ਨੂੰ ਤਾਂ ਫਿਰ ਮਿਲੇਗਾ। ਠੀਕ ਹੈ ਜੀ, ਸੋ ਆ ਤੁਹਾਡੇ ਸਾਹਮਣੇ ਪ੍ਰੂਫ ਸੀ। ਇੱਕ 5 ਤਰੀਕ ਨੂੰ ਤੁਹਾਨੂੰ ਵੀ ਪਤਾ ਆਪਣਾ, ਨਹੀਂ ਮੈਂ ਨਹੀਂ ਰਿਵੀਲ ਕਰਾਂਗੀ, ਸਰ ਆਪਣੇ ਆਪ ਰਿਵੀਲ ਕਰਨਗੇ। ਠੀਕ ਹੈ, ਨੋ ਡਾਊਟ ਇੱਕ ਸਸਪੈਂਸ ਜਿਹਾ ਹੁੰਦਾ ਹੈ, ਮੈਨੂੰ ਵੀ ਦੱਸਾਂ ਕਿਉਂਕਿ ਮੇਰਾ ਵੀ ਮਨ ਕਰਦਾ ਕਿ ਹਾਂ ਇਹ ਚੀਜ਼ ਹੋਵੇ, ਬਟ ਕੋਈ ਗੱਲ ਨਹੀਂ, ਸਰ ਤੁਹਾਨੂੰ ਮੈਂਸ਼ਨ ਕਰਕੇ ਦੱਸਣਗੇ ਫੋਰ ਸ਼ੋਰ। ਹੋਪਫੁਲੀ ਕਿ ਹੁਣ ਸਾਰਿਆਂ ਨੂੰ B.Ed ਤੇ ਜਿਹੜੇ ਆਪਣੇ ETT ਵਾਲੇ ਬੱਚੇ ਨੇ ਉਹਨਾਂ ਨੂੰ ਸਾਰੇ ਪੁਆਇੰਟਸ ਕਲੀਅਰ ਹੋ ਗਏ ਹੋਣਗੇ ਕਿ ਆਪਣੇ ਕਰਵਾਏ ਵਿੱਚੋਂ ਹੀ ਸਾਰਾ ਪੇਪਰ ਆਇਆ। ਠੀਕ ਹੈ ਜੀ, ਸੋ ਅੱਜ ਦਾ ਸੈਸ਼ਨ ਇੱਥੇ ਵਾਈਂਡ ਅਪ ਕਰਦੇ ਹਾਂ। ਲਾਸਟ ਵਾਰੀ ਸੁਣ ਲਓ ਮੈਮ ਦਾ ਵਾਈਂਡ ਅਪ। ਬਾਕੀ ਜੇਕਰ ਤੁਸੀਂ YouTube ਤੇ ਆਪਣੇ ETT ਕੈਡਰ ਦੇ ਬਹੁਤ ਜਲਦੀ ਸੈਸ਼ਨ ਸਟਾਰਟਸ ਹੋਣਗੇ, ਉਹ ਤੁਸੀਂ ਦੇਖ ਲੈਣਾ। ਠੀਕ ਹੈ, ਥੈਂਕ ਯੂ ਐਵਰੀਵਨ, ਹੈਵ ਅ ਗੁੱਡ ਡੇ, have a blissful life. Thank you everyone.